ਦੇ ਜਿਹੜੇ ਕਾਰਨ ਨੇ ਉਹਨਾਂ ਕਾਰਨਾਂ ਨੂੰ ਆਪਾਂ ਸਮਝਣ ਦਾ ਯਤਨ ਜ਼ਰੂਰ ਕਰਨਾ ਹੈ। ਔਰ ਵੈਸੇ ਵੀ ਹਰ ਉਹ ਗੁਰਸਿੱਖ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਝੁਕਦਾ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਕਹਿੰਦਾ ਹੈ, ਆਪਣਾ ਗੁਰੂ ਕਹਿੰਦਾ ਹੈ, ਜਿਹਦਾ ਨਿਸ਼ਠਾ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਲੈ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੱਕ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਤੇ ਹੈ, ਉਸ ਹਰ ਗੁਰਸਿੱਖ ਪਿਆਰੇ ਨੂੰ, ਉਸ ਹਰ ਇੱਕ ਗੁਰਮੁਖ ਨੂੰ ਸਤਿਗੁਰਾਂ ਦੇ ਇਤਿਹਾਸ ਦੇ ਇਹਨਾਂ ਤੱਥਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਆਓ ਆਪ ਜਿਤਨੇ ਧੰਨ ਗੁਰੂ ਦੀ ਹਜ਼ੂਰੀ ਵਿੱਚ ਜੁੜ ਬੈਠੇ ਹੋ, ਸਤਿਗੁਰਾਂ ਦੇ ਪਾਵਨ ਇਤਿਹਾਸ ਇਹਨਾਂ ਕਾਰਨਾਂ ਨੂੰ ਸਮਝਣ ਤੋਂ ਪਹਿਲਾਂ ਕਰੋ ਕਿਰਪਾ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ, ਦੇਹੋ ਅਸੀਸ ਜੀ, ਤਾਂ ਕਿ ਜਿੰਨਾ ਸਮਾਂ ਸਤਿਗੁਰਾਂ ਨੇ ਬਖਸ਼ਿਆ ਆਪਾਂ ਬੜੀ ਇਕਾਗਰਤਾ ਦੇ ਨਾਲ ਸਤਿਗੁਰ ਦੇ ਪਾਵਨ ਇਤਿਹਾਸ ਨੂੰ ਸਮਝਣ ਦਾ ਯਤਨ ਕਰ ਸਕੀਏ। ਕਰੋ ਕਿਰਪਾ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਇਹ ਅੰਮ੍ਰਿਤ ਬਚਨ ਜੋ ਆਪ ਜੀ ਨੇ ਮੰਗਲਾਚਰਨ ਦੇ ਰੂਪ ਵਿੱਚ ਸਰਵਣ ਕੀਤੇ ਨੇ, ਮਾਨੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੀ ਸਮੁੱਚੀ ਸ਼ਖਸੀਅਤ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਆਪਣੀ ਰਚਨਾ ਤੋਂ ਬਿਆਨ ਕਰ ਰਹੇ ਨੇ। ਪਾਤਸ਼ਾਹ ਕਹਿੰਦੇ ਨੇ, ਭਾਵੇਂ ਕੋਈ ਮਨੁੱਖ ਆਪਣੇ ਮੱਥੇ ਤੇ ਚੰਦਨ ਦਾ ਲੇਪ ਲਾ ਲਏ, ਭਾਵੇਂ ਕੋਈ ਚੰਦਰਮਾ ਦੀ ਰੋਸ਼ਨੀ ਦੇ ਵਿੱਚ ਰਾਤਰੀ ਦੇ ਸਮੇਂ ਵਿੱਚ ਬੈਠ ਕੇ ਚੰਦਰਮਾ ਦੀਆਂ ਰਿਸ਼ਮਾਂ ਨੂੰ ਆਪਣੇ ਤਨ ਤੇ ਹੰਢਾਏ, ਉਹਦੀ ਸ਼ੀਤਲਤਾ ਨੂੰ ਮਾਣੇ, ਤੇ ਭਾਵੇਂ ਕੋਈ ਸਰਦੀ ਦੀ ਰੁੱਤ ਵਿੱਚ ਉਸ ਸਰਦੀ ਦੀ ਰੁੱਤ ਨੂੰ ਬਾਹਰ ਬੈਠ ਕੇ ਖੁੱਲੇ ਅਸਮਾਨ ਦੇ ਵਿੱਚ ਮਾਣਨ ਦਾ ਯਤਨ ਕਰੇ। ਪਰ ਸਾਹਿਬ ਕਹਿੰਦੇ ਨੇ, ਜਿਹਦੇ ਹਿਰਦੇ ਵਿੱਚ ਪਰਿਪੂਰਨ ਪਰਮਾਤਮਾ ਦੇ ਨਾਮ ਤੋਂ ਵਿਛੜ ਕੇ ਦੁੱਖ ਪੈਦਾ ਹੋਏ ਨੇ, ਜਿਹਦੇ ਅੰਦਰ ਸਤਿਗੁਰ ਕਹਿੰਦੇ ਨੇ ਪਰਮਾਤਮਾ ਦੇ ਨਾਮ ਦਾ ਵਿਛੋੜਾ ਹੈ, ਉਹਦੇ ਅੰਦਰ ਨੂੰ ਨਾ ਤੇ ਚੰਦਰਮਾ ਦੀਆਂ ਰਿਸ਼ਮਾਂ ਸ਼ੀਤਲ ਕਰ ਸਕਦੀਆਂ ਨੇ, ਨਾ ਸਤਿਗੁਰ ਕਹਿੰਦੇ ਨੇ ਉਹਦੇ ਅੰਦਰ ਨੂੰ ਚੰਦਨ ਦਾ ਲੇਪ ਸ਼ੀਤਲ ਕਰ ਸਕਦਾ ਹੈ, ਤੇ ਨਾ ਹੀ ਸਰਦੀ ਦੀ ਰੁੱਤ ਉਹਦੇ ਅੰਦਰ ਦੇ ਇਸ ਘਾਮ ਨੂੰ, ਇਸ ਦੁੱਖ ਨੂੰ, ਇਸ ਦੁਬਦਾ ਨੂੰ ਮਿਟਾ ਸਕਦੇ ਨੇ। ਤੇ ਸਾਹਿਬ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕੋਲ ਪੁੱਛ ਲਈਏ, ਸਤਿਗੁਰੂ ਜੇ ਇੰਨਾ ਕੁਝ ਬਾਹਰੋਂ ਬੰਦਾ ਵਰਤ ਲਏ ਤੇ ਤਾਂ ਵੀ ਦੁਖੀ, ਫਿਰ ਕੋਈ ਤੇ ਕਾਰਨ ਹੋਏਗਾ, ਕੋਈ ਤੇ ਜੁਗਤ ਹੋਏਗੀ। ਤੇ ਸਭ ਕਹਿੰਦੇ ਨੇ, ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਸਭ ਕਹਿੰਦੇ ਨੇ ਉਹ ਬੰਦਾ ਸ਼ੀਤਲ ਹੋਏਗਾ ਜਿਹੜਾ ਮਾਲਕ ਦੇ ਨਾਮ ਨੂੰ ਜਪੇਗਾ। ਇਹਦਾ ਮਤਲਬ ਹੈ ਨਾਮ ਨਾਲ ਜੁੜੀ ਹੋਈ ਸ਼ਖਸੀਅਤ, ਨਾਮ ਨੂੰ ਮੰਨਣ ਵਾਲੀ ਸ਼ਖਸੀਅਤ ਦੇ ਅੰਦਰ ਇੰਨੀ ਅਡੋਲਤਾ ਹੁੰਦੀ ਹੈ ਵੀ ਉਹ ਸੁੱਖ ਵੇਲੇ ਵੀ ਆਪਣੇ ਮਾਲਕ ਦਾ ਪੱਲਾ ਨਹੀਂ ਛੱਡਦਾ, ਉਹ ਦੁੱਖ ਵੇਲੇ ਵੀ ਆਪਣੇ ਮਾਲਕ ਦੇ ਦਰ ਨੂੰ ਛੱਡਦਾ ਨਹੀਂ। ਉਹ ਜੀਵਨ ਦੇ ਹਰ ਛਣ ਵਿੱਚ ਆਪਣੇ ਸਤਿਗੁਰ ਨੂੰ ਚੇਤੇ ਕਰਦਾ ਹੈ। ਮੈਂ ਇਹਨਾਂ ਬਚਨਾਂ ਨੂੰ ਆਰੰਭਤਾ ਵਿੱਚ ਇਸ ਕਰਕੇ ਆਪ ਜੀ ਦੇ ਸਾਹਮਣੇ ਰੱਖਿਆ ਹੈ ਕਿਉਂਕਿ ਜਿਸ ਗੁਰੂ ਨੂੰ ਅੱਜ ਤੁਸੀਂ ਯਾਦ ਕਰ ਰਹੇ ਹੋ, ਜਿਸ ਸਤਿਗੁਰ ਦੀ ਸ਼ਹਾਦਤ ਨੂੰ ਤੁਸੀਂ ਅੱਜ ਸੀਸ ਝੁਕਾ ਰਹੇ ਹੋ, ਬਚਪਨ ਤੋਂ ਲੈ ਕੇ ਸ਼ਹਾਦਤ ਤੱਕ ਬਹੁਤ ਯਤਨ ਕੀਤੇ ਗਏ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਹਿਰਦੇ ਨੂੰ ਤਪਾਉਣ ਦੇ।
ਵੇਖੋ ਬੜੇ ਵਿਰਲੇ ਹੁੰਦੇ ਨੇ ਸਾਧ ਸੰਗਤ ਸੰਸਾਰ ਵਿੱਚ ਜਿਹੜਾ ਕਿਸੇ ਦੇ ਬੋਲਾਂ ਨੂੰ ਸੁਣ ਕੇ ਜਗ ਜਾਣ। ਨਹੀਂ ਤੇ ਇੱਕ ਹਿਊਮਨ ਨੇਚਰ ਹੈ, ਇੱਕ ਬੰਦੇ ਦਾ ਸੁਭਾਅ ਹੈ, ਕੋਈ ਕਿਸੇ ਨੂੰ ਮਾੜਾ ਆਖੇ ਤੇ ਬੰਦਾ ਸੁਣ ਕੇ ਕਦੀ ਬਰਦਾਸ਼ਤ ਨਹੀਂ ਕਰਦਾ। ਇੱਥੋਂ ਤੱਕ ਆਪਣਾ ਸਕਾ ਖੂਨ ਵੀ ਕਦੇ ਕਿਸੇ ਦੇ ਅੰਦਰ ਇਸ ਅਵਸਥਾ ਨੂੰ ਬਿਆਨ ਕਰੇ, ਮਾੜਾ ਬੋਲਦੇ ਤੇ ਸੱਚ ਜਾਣਿਓ ਇੱਕ ਮਾਂ ਦੀ ਕੁੱਖ ਤੋਂ ਪੈਦਾ ਹੋਏ ਪੁੱਤਰ ਵੀ ਕਦੇ ਭਰਾ ਵੀ ਆਪਸ ਵਿੱਚ ਇਹਨਾਂ ਗੱਲਾਂ ਨੂੰ ਜਾਣਦੇ ਨਹੀਂ, ਇੱਕ ਦੂਜੇ ਨਾਲ ਲੜ ਪੈਂਦੇ ਨੇ। ਤੂੰ ਮੈਨੂੰ ਇੰਨਾ ਮਾੜਾ ਕਿਉਂ ਆਖਿਆ, ਤੂੰ ਮੇਰੇ ਬਾਬਤ ਦੇ ਬਚਨ ਕਿਉਂ ਬੋਲੇ ਨੇ। ਪਰ ਜਿਸ ਗੁਰੂ ਨੂੰ ਤੁਸੀਂ ਚੇਤੇ ਕਰ ਰਹੇ ਹੋ ਨਾ, ਉਸ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬਚਪਨ ਤੋਂ ਲੈ ਕੇ ਦੇਖੋ, ਮੈਂ 3-4 ਉਦਾਹਰਨਾਂ ਆਪ ਜੀ ਦੇ ਸਾਹਮਣੇ ਰੱਖਦਿਆਂ ਫਿਰ ਸਿਰਫ ਜ਼ਿਕਰ ਕਰਨਾ ਸ਼ਹਾਦਤ ਦੇ ਕਾਰਨਾਂ ਦਾ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅਜੇ ਮਹਿਤ ਸਤਿਗੁਰਾਂ ਦੀ ਉਮਰ ਇਤਿਹਾਸਕ ਕਾਲ ਦੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤਕਰੀਬਨ 19 ਕੁ ਵਰ੍ਹਿਆਂ ਦੀ ਉਮਰ ਹੈ ਸਤਿਗੁਰਾਂ ਦੀ। ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਆਪਣੇ ਪੁੱਤਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਲਾਹੌਰ ਭੇਜਦੇ ਨੇ। ਲਾਹੌਰ ਜਾਣ ਲੱਗਿਆ ਸਤਿਗੁਰੂ ਪਾਤਸ਼ਾਹ ਜੀ ਇਹਨਾਂ ਬਚਨ ਕਹਿ ਦਿੰਦੇ ਨੇ, ਗੁਰੂ ਰਾਮਦਾਸ ਪਾਤਸ਼ਾਹ ਜੀ ਸਾਡਾ ਹੁਕਮ ਹੋਏ ਤੇ ਤਾਂ ਤੁਸੀਂ ਪਰਤਣਾ ਹੈ। ਬੇਟਪੱਲਾ ਦੇ ਅੰਦਰ ਧੰਨ ਗੁਰੂ ਅਰਜਨ ਸਾਹਿਬ ਜੀ ਗੁਰੂ ਰਾਮਦਾਸ ਜੀ ਨੂੰ ਚਿੱਠੀਆਂ ਲਿਖਦੇ ਨੇ, ਪੱਤਰਕਾਵਾਂ ਲਿਖਦੇ ਨੇ। ਉਹਨਾਂ ਪੱਤਰਕਾਵਾਂ ਨੂੰ ਵੱਡਾ ਭਰਾ ਬਾਬਾ ਪ੍ਰਿਥੀ ਚੰਦ ਗੁਰੂ ਰਾਮਦਾਸ ਪਾਤਸ਼ਾਹ ਜੀ ਤੱਕ ਪਹੁੰਚਣ ਨਹੀਂ ਦਿੰਦਾ, ਕਿਉਂਕਿ ਪ੍ਰਿਥੀ ਚੰਦ ਉਹ ਬੜੀ ਚਲਾਕ ਬਿਰਤੀ ਦੇ ਮਾਲਕ ਸਨ। ਉਹਨਾਂ ਦਾ ਸ਼ੁਰੂ ਤੋਂ ਲੈ ਕੇ ਇਹ ਯਤਨ ਰਿਹਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ 1574 ਈਸਵੀ ਦੇ ਵਿੱਚ ਗੁਰਤਾ ਗੱਦੀ ਮਿਲਦੀ ਹੈ। 1563 ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਆਮਦ ਹੁੰਦੀ ਹੈ ਤੇ 1557 ਦੇ ਅੰਦਰ ਬਾਬਾ ਪ੍ਰਿਥੀ ਚੰਦ ਦੀ ਆਮਦ ਹੁੰਦੀ ਹੈ। ਬਾਬਾ ਪ੍ਰਿਥੀ ਚੰਦ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੋਂ 6 ਸਾਲ ਵੱਡੇ ਨੇ, ਪਰ ਉਹਨਾਂ ਦੀ ਸੁਰਤ ਦੇ ਵਿੱਚ ਚਤੁਰਾਈਆਂ ਬੜੀਆਂ ਨੇ। ਇਹੀ ਕਾਰਨ ਹੈ ਉਹਨਾਂ ਨੇ ਕਦੀ ਵੀ ਆਪਣੇ ਆਪ ਨੂੰ ਗੁਰੂ ਘਰ ਦੇ ਅੰਦਰ ਆਉਣ ਵਾਲੀ ਰਸਮ ਤੋਂ ਵੱਖ ਨਹੀਂ ਕੀਤਾ। ਹਮੇਸ਼ਾ ਗੁਰੂ ਘਰ ਦੇ ਵਿੱਚ ਆਉਣ ਵਾਲੀ ਮਾਇਆ ਰਸਮ ਇਹਨਾਂ ਹਿਸਾਬਾਂ ਨਾਲ ਉਹ ਜੁੜੇ ਰਹੇ। ਇਹਦਾ ਕਾਰਨ ਇਹ ਸੀ ਕਿ ਜੇ ਮੈਂ ਇੱਥੇ ਜੁੜਿਆ ਰਵਾਂਗਾ, ਗੁਰੂ ਰਾਮਦਾਸ ਜੀ ਤੋਂ ਬਾਅਦ ਇਹ ਸਾਰਾ ਬੰਦੋਬਸਤ ਮੇਰੇ ਹੱਥ ਵਿੱਚ ਆ ਜਾਏਗਾ, ਮੈਂ ਗੁਰਤਾ ਗੱਦੀ ਦਾ ਮਾਲਕ ਬਣ ਜਾਵਾਂਗਾ। ਗੁਰੂ ਰਾਮ ਅਰਜਨ ਦੇਵ ਪਾਤਸ਼ਾਹ ਜੀ ਨੇ ਜਿਹੜੀਆਂ ਪੱਤਰਕਾਵਾਂ ਲਿਖੀਆਂ ਉਹ ਇਹਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਤੱਕ ਪਹੁੰਚਣ ਨਾ ਦਿੱਤੀਆਂ। ਤੇ ਜਦੋਂ ਗੁਰੂ ਰਾਮਦਾਸ ਜੀ ਤੱਕ ਨਹੀਂ ਪਹੁੰਚੀਆਂ ਉਹ ਪੱਤਰਕਾਵਾਂ, ਤੇ ਜਦੋਂ ਸਾਹਿਬਾਂ ਦੇ ਕੋਲੋਂ ਆਖਰੀ ਤੀਜੀ ਪੱਤਰਕਾ ਪਹੁੰਚੀ ਤੇ ਸਾਹਿਬ ਨੂੰ ਪਤਾ ਲੱਗਾ ਵੀ ਇਹ ਸਭ ਕਾਰੇ ਦੇ ਪਿੱਛੇ ਹੱਥ ਜਿਹੜਾ ਪ੍ਰਿਥੀ ਚੰਦ ਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬੁਲਾਇਆ ਗਿਆ ਲਾਹੌਰ ਤੋਂ ਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਦੋਂ ਗੁਰੂ ਰਾਮਦਾਸ ਪਿਤਾ ਜੀ ਨੂੰ ਮਿਲਦੇ ਨੇ ਤੇ ਪੁੱਛਦੇ ਨੇ ਪਿਤਾ ਜੀ ਨੂੰ ਵੀ ਸਤਿਗੁਰੂ ਗੁਰੂ ਪਿਤਾ ਜੀ, ਮੈਂ ਬੇਪਰਦਾ ਦੇ ਅੰਦਰ ਤੁਹਾਨੂੰ 3 ਵਾਰ ਪੱਤਰਕਾਵਾਂ ਲਿਖੀਆਂ, ਪਰ ਤੁਸੀਂ ਮੇਰੀਆਂ ਪੱਤਰਕਾਵਾਂ ਦਾ ਜਵਾਬ ਕੋਈ ਨਹੀਂ ਦਿੱਤਾ। ਤੇ ਗੁਰੂ ਰਾਮਦਾਸ ਜੀ ਕਹਿਣ ਲੱਗੇ, ਬੇਟਾ ਉਹ ਪੱਤਰਕਾਵਾਂ ਤੁਹਾਡੇ ਵੱਡੇ ਭਰਾਤਾਂ ਨੇ ਮੇਰੇ ਤੱਕ ਪਹੁੰਚਣ ਨਹੀਂ ਦਿੱਤੀਆਂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹਨਾਂ ਸੁਣ ਕੇ ਵੀ ਆਪਣੇ ਭਰਾਤਾ ਤੇ ਇੱਕ ਵਾਰ ਵੀ ਗੁੱਸੇ ਵਿੱਚ ਬੋਲ ਨਹੀਂ ਬੋਲਿਆ। ਸਤਿਗੁਰਾਂ ਨੂੰ ਕਿੰਨੀ ਵਾਰ ਤਪਾਉਣ ਦਾ ਯਤਨ ਕੀਤਾ ਗਿਆ। ਜਿਸ ਦਿਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦਿੱਤੀ, ਪਾਵਨ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਰਾਮਦਾਸ ਜੀ ਆਪਣਾ ਸਰੀਰ ਤਿਆਗਦੇ ਨੇ, ਜੋਤੀ ਜੋਤ ਸਮਾਉਂਦੇ ਨੇ। ਬਾਬਾ ਪ੍ਰਿਥੀ ਚੰਦ ਅੰਮ੍ਰਿਤਸਰ ਦੀ ਧਰਤੀ ਤੋਂ ਗੋਇੰਦਵਾਲ ਸਾਹਿਬ ਪਹੁੰਚਦੇ ਨੇ, ਜਿਦਨ ਸਾਹਿਬ ਚਲਾਨਾ ਕਰਦੇ ਨੇ ਗੁਰੂ ਰਾਮਦਾਸ ਜੀ, ਜੋਤੀ ਜੋਤ ਸਮਾਉਂਦੇ ਨੇ। ਉਦੋਂ ਨਹੀਂ ਆਏ, ਪਰ ਜਿਸ ਦਿਨ ਪਗੜੀ ਦੀ ਰਸਮ ਹੋਣੀ ਸੀ, ਮਾਫ ਕਰਨਾ, ਜਿਸ ਦਿਨ ਪਗੜੀ ਦਿੱਤੀ ਜਾਣੀ ਸੀ ਪੁੱਤਰ ਨੂੰ, ਉਸ ਦਿਨ ਬਾਬਾ ਪ੍ਰਿਥੀ ਚੰਦ ਗੋਇੰਦਵਾਲ ਦੀ ਧਰਤੀ ਤੇ ਪਹੁੰਚ ਕੇ ਰੋਲਾ ਪਾਉਂਦੇ ਨੇ
कि मेरे पिता गुरु रामदास पातशाह जी को गुरु अर्जुन देव पातशाह जी ने कुछ दे के मारिया है। 4 दिन पहला ਅੰਮ੍ਰਿਤਸਰ ਦੀ ਧਰਤੀ ਤੋਂ ਆਏ ਨੇ, ਚੰਗੇ ਭਲੇ ਸਨ। ਇੱਥੇ ਆਉਂਦਿਆਂ ਉਹਨਾਂ ਨੂੰ ਕੀ ਐਸਾ ਹੋ ਗਿਆ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਾਬਤ ਇੰਨੇ ਮਾੜੇ ਬੋਲ ਬੋਲੇ। ਜਦੋਂ ਆਈ ਗੱਲ ਗੱਦੀ ਦੀ, 2 ਪੱਗਾਂ ਬਾਬਾ ਸ਼੍ਰੀ ਚੰਦ ਨੇ ਆਪਣੇ ਕੋਲੋਂ ਭੇਜੀਆਂ, ਜੋ ਇਤਿਹਾਸ ਵਿੱਚ ਲਿਖਿਆ। ਇੱਕ ਪੱਗ ਸੀ ਗੁਰਤਾ ਗੱਦੀ ਦੀ ਤੇ ਦੂਜੀ ਪੱਗ ਸੀ ਜ਼ਿੰਮੇਦਾਰੀ ਦੀ। ਜ਼ਿੰਮੇਦਾਰੀ ਦੀ ਪੱਗ ਬਾਬਾ ਪ੍ਰਿਥੀ ਚੰਦ ਦੇ ਸਿਰ ਤੇ ਰੱਖੀ ਗਈ। ਜਦੋਂ ਗੱਲ ਆਈ ਗੁਰਤਾ ਗੱਦੀ ਦੀ ਪੱਗ ਦੀ, ਉਹ ਪੱਗ ਜਿਹੜੀ ਸੀ ਉਹ ਬਾਬਾ ਪ੍ਰਿਥੀ ਚੰਦ ਦੇ ਸਿਰ ਤੇ ਨਹੀਂ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਿਰ ਤੇ ਰੱਖੀ ਗਈ। ਉਹਦਾ ਕਾਰਨ ਸੀ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਆਪਣੀ ਹਯਾਤੀ ਵਿੱਚ ਸੰਗਤਾਂ ਨੂੰ ਕਹਿ ਕੇ ਗਏ ਸਨ ਵੀ ਅੱਜ ਤੋਂ ਬਾਅਦ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹੋਣਗੇ। ਇਹਨਾਂ ਨੂੰ ਸਾਡੇ ਤੁਲ ਜਾਣਨਾ, ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਜਾਣ ਤੋਂ ਪਹਿਲਾਂ ਸੰਗਤਾਂ ਨੂੰ ਕਹਿ ਕੇ ਗਏ। ਪਰ ਜਦੋਂ ਬਾਬਾ ਪ੍ਰਿਥੀ ਚੰਦ ਨੇ ਰੋਲਾ ਪਾਇਆ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਭਰੇ ਦਰਬਾਰ ਵਿੱਚ ਖੜੇ ਹੋਏ, ਗੁੱਸਾ ਨਹੀਂ ਕੀਤਾ ਸਤਿਗੁਰ ਨੇ। ਕਿੰਨੀ ਵਾਰ ਸਤਿਗੁਰਾਂ ਦੇ ਹਿਰਦੇ ਨੂੰ ਤਪਾਇਆ ਗਿਆ। ਵੇਖੋ, ਮੈਂ ਬੇਨਤੀ ਕਰਦੇ ਹਾਂ ਸਾਧ ਸੰਗਤ, ਇੱਕ ਘਰ ਜਗ੍ਹਾ ਹੋਵੇ ਨਾ 100 ਗਜ ਦੀ, ਤੇ 100 ਗਜ ਦੀ ਜਗ੍ਹਾ ਦੇ ਵਿੱਚ ਮਾਪਿਆਂ ਦੇ 3 ਪੁੱਤਰ ਰਹਿੰਦੇ ਹੋਣ, ਤੇ ਖਿਆਲ ਕਰਿਓ ਉਸ ਘਰ ਨੂੰ ਜੇ ਉਸ ਜਗ੍ਹਾ ਨੂੰ ਵੰਡਿਆ ਜਾਣਾ ਹੋਵੇ, 1 ਇੰਚ ਜਗ੍ਹਾ ਵੀ ਇੱਕ ਭਰਾ ਕਹਿੰਦਾ ਮੇਰੇ ਦੂਜੇ ਭਰਾ ਦੇ ਕੋਲੋਂ ਫਾਲਤੂ ਨਾ ਚਲੀ ਜਾਏ, ਤੇ ਜੇ ਚਲੀ ਜਾਏ ਤੇ ਖਿਆਲ ਕਰਿਓ ਫਿਰ ਇੰਨੀਆਂ ਲੜਾਈਆਂ, ਕੋਰਟ ਤੇ ਕਚਹਿਰੀ ਤੱਕ ਬੰਦਾ ਜਾਂਦਾ ਹੈ। ਇੱਕੋ ਮਾਂ ਦੀ ਕੁੱਖ ਤੋਂ ਜੰਮੇ ਇੱਕ ਘਰ ਦੀ ਛੱਤ ਥੱਲੇ 20 ਸਾਲ ਰਹੇ, 1 ਇੰਚ ਜਗ੍ਹਾ ਦੇ ਪਿੱਛੇ ਖਿਆਲ ਕਰਿਓ ਦੁਨੀਆ ਦੇ ਅੰਦਰ ਆਪਣੇ ਮਾਪਿਆਂ ਦੀ ਇੱਜ਼ਤ ਨੂੰ ਕੋਰਟ ਤੇ ਕਚਹਿਰੀਆਂ ਵਿੱਚ ਰੋਲਦੇ ਨੇ। ਇਹ ਤੁਸੀਂ ਸੰਸਾਰ ਦਾ ਸੱਚ ਹੈ, ਇਹਦੇ ਤੁਸੀਂ ਮੁਨਕਰ ਨਹੀਂ ਹੋ ਸਕਦੇ। ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਜਿਗਰਾ ਵੇਖੋ। ਇਹ ਦੂਜਾ ਸਮਾਂ ਸੀ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਫਿਰ ਤਪਾਉਣ ਦਾ ਯਤਨ ਕੀਤਾ ਗਿਆ। ਪਰ ਮੇਰੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਜਿਨ੍ਹਾਂ ਬਾਬਤ ਭੱਟ ਜੀ ਕਹਿੰਦੇ ਨੇ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਸਭ ਆਪ ਖੜੇ ਹੋਏ ਤੇ ਖੜੇ ਹੋ ਕੇ ਜਿਹੜੀ ਪੱਗ ਬਾਬਾ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਸਾਹਿਬ ਜੀ ਦੇ ਸਿਰ ਤੇ ਰੱਖੀ ਸੀ, ਉਸ ਪੱਗ ਨੂੰ ਬਾਬਾ ਪ੍ਰਿਥੀ ਚੰਦ ਦੇ ਸਿਰ ਤੇ ਰੱਖ ਕੇ ਕਹਿੰਦੇ ਨੇ ਭਰਾਤਾ, ਪੱਗ ਤੁਸੀਂ ਚਾਹੁੰਦੇ ਹੋ ਤੇ ਪੱਗ ਤੁਹਾਨੂੰ ਮਿਲ ਜਾਏਗੀ। ਤੁਸੀਂ ਇਸ ਸਭਾ ਦੇ ਵਿੱਚ ਤੇ ਖੜੇ ਹੋ ਕੇ ਝਗੜਾ ਨਾ ਕਰੋ। ਜੇ ਤੁਹਾਨੂੰ ਗੁਰਤਾ ਗੱਦੀ ਦੀ ਪੱਗ ਚਾਹੀਦੀ ਹੈ ਤੇ ਆਹ ਗੁਰਤਾ ਗੱਦੀ ਦੀ ਪੱਗ ਮੈਂ ਤੁਹਾਡੇ ਸਿਰ ਤੇ ਰੱਖਾਂ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸੁਪੁੱਤਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਹ ਪੱਗ ਆਪਣੇ ਵੱਡੇ ਭਰਾ ਦੇ ਸਿਰ ਤੇ ਰੱਖ ਦਿੰਦੇ ਨੇ। ਆਪ ਸਤਿਗੁਰੂ ਉੱਠਦੇ ਨੇ। ਕੁਝ ਸਿੱਖ ਸੰਗਤਾਂ ਦੇ ਪਰਿਵਾਰ ਦੇ ਨਾਲ ਵਾਪਸ ਸਤਿਗੁਰੂ ਜੀ ਹਰਿਮੰਦਰ ਸਾਹਿਬ ਜਾਂਦੇ ਨੇ। ਪਰ ਧਿਆਨ ਦੇਣਾ, ਸਿੱਖ ਸੰਗਤਾਂ ਕਿਉਂਕਿ ਗੁਰੂ ਰਾਮਦਾਸ ਜੀ ਦਾ ਹੁਕਮ ਹੋ ਚੁੱਕਾ ਸੀ, ਸਾਰੀਆਂ ਸਿੱਖ ਸੰਗਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿੱਛੇ ਹਰਿਮੰਦਰ ਸਾਹਿਬ ਪਹੁੰਚ ਜਾਂਦੀਆਂ ਨੇ। ਪ੍ਰਿਥੀ ਚੰਦ ਤੇ ਫਿਰ ਇਕੱਲਾ ਰਹਿ ਜਾਂਦਾ ਹੈ। ਹੁਣ ਧਿਆਨ ਦੇਣਾ, ਇਕੱਲਾ ਬੰਦਾ ਕਿਹਦੇ ਨਾਲ ਗੱਲਾਂ ਕਰੇ। ਮੁੜ ਕੇ ਫਿਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿੱਛੇ ਪਿੱਛੇ ਹਰਿਮੰਦਰ ਸਾਹਿਬ ਪਹੁੰਚ ਜਾਂਦਾ ਹੈ, ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚ ਜਾਂਦਾ ਹੈ। ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਘਰ ਵਿੱਚ ਵਿਆਹ ਤੋਂ ਕਈ ਸਾਲਾਂ ਬਾਅਦ 1595 ਈਸਵੀ ਨੂੰ ਸਾਹਿਬਾਂ ਦੇ ਘਰ ਵਿੱਚ ਪੁੱਤਰ ਦੀ ਦਾਤ ਕਰਤੇ ਨੇ ਦਿੱਤੀ। ਪੂਰੀ ਅੰਮ੍ਰਿਤਸਰ ਦੀ ਧਰਤੀ ਤੇ ਖੁਸ਼ੀਆਂ ਤੇ ਖੇੜੇ ਨੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਰਤੇ ਦਾ ਸ਼ੁਕਰਾਨਾ ਕਰਦੇ ਪਏ ਨੇ ਵੀ ਮੇਰੇ ਮਾਲਕ ਜੀ, ਸਤਿਗੁਰ ਸਾਚੇ ਦਿਆ ਤੇਜ, ਚਿਰ ਜੀਵਨ ਉਪਜਿਆ ਸੰਜੋਗ, ਉਧਰੇ ਮਾਹੇ ਆਏ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਕਾਸ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੰਗਤਾਂ ਨੂੰ ਵਧਾਈਆਂ ਦੇ ਰਹੇ ਨੇ, ਕਰਤੇ ਦਾ ਸ਼ੁਕਰ ਕਰ ਰਹੇ ਨੇ। ਇਧਰ ਭਰਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵੱਡੇ ਭਰਾਤਾ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਬਿਉਤਾ ਬਣਾਉਂਦੇ ਪਏ ਨੇ, ਹੁਣ ਇਸ ਪੁੱਤਰ ਨੂੰ ਮਾਰਿਆ ਕਿਵੇਂ ਜਾਏ। ਇੱਕ ਵਾਰ ਨਹੀਂ, ਇਤਿਹਾਸ ਲਿਖਦਾ 4 ਵਾਰ ਯਤਨ ਕੀਤਾ ਹੈ ਤੇ 4 ਵਾਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪਤਾ ਲੱਗਾ ਵੀ ਇਹ ਕਰਮ ਕਰਨ ਵਾਲਾ ਮੇਰਾ ਭਰਾ ਹੈ। ਪਰ 4 ਵਾਰ ਪਤਾ ਲੱਗਣ ਤੋਂ ਬਾਅਦ ਇੱਕ ਵਾਰ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਾਬਾ ਪ੍ਰਿਥੀ ਚੰਦ ਨੂੰ ਗੁੱਸੇ ਵਿੱਚ ਬੋਲ ਨਹੀਂ ਬੋਲੇ। ਕਿੰਨਾ ਕੁ ਤਪਾਇਆ ਗਿਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ। ਧਿਆਨ ਦੇਣਾ, ਇੱਕ ਵਾਰ ਨਹੀਂ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਜੀਵਨ ਦੇ ਵਿੱਚ ਕਈ ਵਾਰ ਤਪਾਉਣ ਦਾ ਯਤਨ ਕੀਤਾ ਗਿਆ।
पर जेड़ा गुरु अपनी रसना तो कह रहा है कि शीतल थीवे नानका जपगड़ो हर नाम, ਉਹਨੂੰ ਤਪਾਉਣ ਵਾਲੇ ਭੁੱਲ ਗਏ ਵੀ ਜਿਹੜਾ ਸਾਰੀ ਦੁਨੀਆ ਨੂੰ ਸ਼ੀਤਲਤਾ ਦੀ ਠੰਡ ਦੇ ਰਿਹਾ ਹੈ, ਠੰਡਕ ਦੇ ਰਿਹਾ ਹੈ, ਅੰਦਰ ਦੀ ਹਲੇਵੀ ਤੇ ਸਕੂਨ ਦੇ ਰਿਹਾ ਹੈ, ਉਹਨੂੰ ਤੁਸੀਂ ਕਿਵੇਂ ਤਪਾ ਸਕੋਗੇ। ਫਿਰ ਆਇਓ ਥੋੜਾ ਜਿਹਾ ਸਤਿਗੁਰ ਦੀ ਸ਼ਹਾਦਤ ਦੇ ਕਾਰਨਾਂ ਵੱਲ, ਕਿਉਂਕਿ ਸਮੇਂ ਦੇ ਅੰਦਰ ਆਪਾਂ ਸਮਾਪਤੀ ਕਰਨੀ ਹੈ। ਵੈਸੇ ਸਤਿਗੁਰਾਂ ਦਾ ਜੀਵਨ ਵਿਸ਼ਾਲ ਹੈ, ਔਰ ਜੇ ਸੱਚ ਵਿੱਚ ਸ਼ਹਾਦਤ ਤੱਕ ਪਹੁੰਚਣਾ ਹੋਵੇ ਤੇ ਇੱਕ ਲੜੀ ਜੀ ਬਣਾ ਕੇ ਚੱਲਣਾ ਬੜਾ ਜ਼ਰੂਰੀ ਹੁੰਦਾ ਹੈ। ਹੁਣ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਕਾਰਨ ਦੇਖੋ, ਇਤਿਹਾਸਕਾਰਾਂ ਨੇ 4-5 ਕਾਰਨ ਜਿਹੜੇ ਨੇ ਉਹ ਲਿਖੇ ਨੇ। ਵੈਸੇ ਜਦੋਂ ਅਸੀਂ ਉਸ ਸਮੇਂ ਦੇ ਇਤਿਹਾਸਕਾਰਾਂ ਨੂੰ ਪੜ੍ਹਦੇ ਹਾਂ, ਕਿਸੇ ਨੇ ਸਤਿਗੁਰਾਂ ਦੀ ਉਹ ਸ਼ਹਾਦਤ ਦੇ ਕਾਰਨਾਂ ਨੂੰ ਬਹੁਤਾ ਵਿਸਤਾਰ ਨਾਲ ਨਹੀਂ ਲਿਖਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਸਾਨੂੰ ਇੱਕ ਪੌੜੀ ਜ਼ਰੂਰ ਮਿਲਦੀ ਹੈ, ਪਰ ਉਹਨਾਂ ਵੀ ਬੜੇ ਰਹੱਸਮਈ ਢੰਗ ਦੇ ਨਾਲ ਬਿਆਨ ਕੀਤਾ ਹੈ। ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਠ ਨਿਰਮਾਣੀ, ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ। ਉੱਥੇ ਸ਼ਹੀਦੀ ਦਾ ਜ਼ਿਕਰ ਕੀਤਾ ਕਿ ਗੁਰੂ ਅਰਜਨ ਸਾਹਿਬ ਜੀ ਕਿਵੇਂ ਸ਼ਹੀਦ ਹੋਏ, ਪਰ ਸ਼ਹਾਦਤ ਦੇ ਕਾਰਨ ਨਹੀਂ ਦੱਸੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ। ਹਾਂ, ਜਿਸ ਵੇਲੇ ਇਤਿਹਾਸ ਪੜ੍ਹਦੇ ਆ ਫਿਰ ਬਾਅਦ ਵਿੱਚ ਜਾ ਕੇ ਜਦੋਂ ਜਹਾਂਗੀਰ ਦੀ ਲਿਖੀ ਹੋਈ ਆਪਣੀ ਜੀਵਨੀ, ਜਿਹੜੀ ਉਹਦੀ ਬਾਇਓਗ੍ਰਾਫੀ ਹੈ ਤੁਝ ਕੇ ਜਹਾਂਗੀਰੀ, ਉਹਦੇ ਵਿੱਚੋਂ ਸਾਨੂੰ ਬਹੁਤ ਨੁਕਤੇ ਮਿਲਦੇ ਨੇ। ਉਹਨੇ ਆਪ ਉਹ ਸਾਰਾ ਬਿਰਤਾਂਤ ਲਿਖਿਆ ਹੈ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਮੈਂ ਸ਼ਹੀਦ ਕਿਉਂ ਕਰਵਾਇਆ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਸੀ, ਇੱਕ ਪਾਦਰੀ ਉਸ ਵੇਲੇ ਹੋਇਆ ਜਿਹਦਾ ਨਾਮ ਇਤਿਹਾਸ ਵਿੱਚ ਲਿਖਿਆ ਡਬਲਿਊ। ਇਸ ਪਾਦਰੀ ਨੇ ਇੱਕ ਕਿਤਾਬ ਲਿਖੀ ਹੈ ਉਸ ਸਮੇਂ ਦੇ ਅੰਦਰ ਸਿੱਖਾਂ ਦੇ ਗੁਰੂ। ਉਸ ਕਿਤਾਬ ਦੇ 38 ਨੰਬਰ ਪੰਨੇ ਤੇ ਉਹਨੇ ਲਿਖਿਆ ਹੈ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਜਿਹੜੀ ਸ਼ਹਾਦਤ ਹੋਈ, ਉਸ ਸ਼ਹਾਦਤ ਦਾ ਜਿਹੜਾ ਕਾਰਨ ਸੀ ਉਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਲੋਕਾਈ ਦੇ ਨਾਲ ਵੱਧਦੀ ਨੇੜਤਾ ਸੀ। ਧਿਆਨ ਦੇਣਾ, ਹਾਲਾਂਕਿ ਗੁਰੂ ਨਾਨਕ ਸਾਹਿਬ ਜੀ ਤੋਂ ਆਰੰਭ ਹੋਇਆ, ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਇਹ ਜਿਹੜੀ ਸਿੱਖੀ ਮੇਰੇ ਸਤਿਗੁਰ ਨੇ ਸੰਸਾਰ ਵਿੱਚ ਵੰਡੀ, ਇਹਨਾਂ ਦਾਤਾਂ ਨੂੰ ਲੈਣ ਵਾਲੇ ਕਈ ਬ੍ਰਾਹਮਣ ਆਏ, ਕਈ ਖੱਤਰੀ ਆਏ, ਕਈ ਵੈਸ਼ ਆਏ, ਕਈ ਸ਼ੂਦਰ ਆਏ, ਕਈ ਮੁਸਲਿਮ ਇਸਲਾਮ ਧਰਮ ਨੂੰ ਮੰਨਣ ਵਾਲੇ ਆਏ, ਕਈਆਂ ਨੇ ਆ ਕੇ ਗੁਰੂ ਚਰਨਾਂ ਦੇ ਵਿੱਚ ਜੁੜ ਕੇ ਸਤਿਗੁਰ ਦੀ ਸਿੱਖੀ ਨੂੰ ਧਾਰਨ ਕੀਤਾ। ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਉਂਕਿ ਸਿੱਖਾਂ ਦੇ ਵਿੱਚ ਬੜੀ ਗਹਿਰਾਈ ਤੇ ਡੂੰਘਾਈ ਨਾਲ ਵਰਤਦੇ ਰਹੇ, ਇਹੀ ਕਾਰਨ ਸੀ ਉਹ ਡਬਲਿਊ ਪਾਦਰੀ ਲਿਖਦਾ ਹੈ, ਕਹਿਣ ਲੱਗਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਹਨਾਂ ਦੀ ਸ਼ਹਾਦਤ ਦਾ ਕਾਰਨ ਇੱਕ ਤੇ ਉਹ ਕਹਿੰਦਾ ਵੀ ਸਤਿਗੁਰ ਦੀਨਾਂ ਦੀ ਮਦਦ ਕਰਨ ਲਈ ਹਰ ਵੇਲੇ ਤਤਪਰ ਰਹਿੰਦੇ ਸੀ। ਉਹਦਾ ਕਾਰਨ ਵੀ ਸਾਨੂੰ ਮਿਲਦਾ ਹੈ ਵੀ ਜਦੋਂ ਹਰਿਮੰਦਰ ਸਾਹਿਬ ਦੀ ਉਸਾਰੀ ਚੱਲ ਰਹੀ ਸੀ ਤੇ ਇੱਧਰ ਲਾਹੌਰ ਦੇ ਅੰਦਰ ਕਾਲ ਪੈ ਗਿਆ। ਐਸੀ ਹਾਲਤ ਬਣ ਗਈ ਲਾਹੌਰ ਦੇ ਅੰਦਰ ਵੀ ਲੋਕਾਂ ਦੀਆਂ ਲੋਥਾਂ ਜਿਹੜੀਆਂ ਸਨ ਗਲੀਆਂ ਦੇ ਅੰਦਰ ਪਈਆਂ ਸਨ, ਉਹਨਾਂ ਲੋਥਾਂ ਨੂੰ ਕੋਈ ਸਰੀਰਾਂ ਨੂੰ ਕੋਈ ਚੁੱਕਣ ਵਾਲਾ ਨਹੀਂ ਸੀ। ਇੰਨਾ ਕਾਲ ਦਾ ਐਸਾ ਸਮਾਂ ਬਣਿਆ, ਲੋਕ ਭੁੱਖ ਨਾਲ ਤੜਪ ਕੇ ਮਰਨ ਲੱਗੇ, ਪਾਣੀ ਦੀ ਪਿਆਸ ਨੂੰ ਮਰਨ ਲੱਗੇ। ਉਸ ਵੇਲੇ ਧਿਆਨ ਦੇਣਾ, ਹਕੂਮਤ ਦੀ ਦਲੀਲ ਤੇ ਬੈਠਾ ਜਿਹੜਾ ਆਪਣੇ ਆਪ ਨੂੰ ਸਮੁੱਚੀ ਹਿੰਦੁਸਤਾਨ ਦਾ ਬਾਦਸ਼ਾਹ ਕਹਿੰਦਾ ਸੀ ਅਕਬਰ, ਉਹਦੇ ਕੋਲੋਂ ਵੀ ਇੰਨੀ ਮੁਕਤ ਨਹੀਂ ਸੀ ਲੋਕਾਈ ਨੂੰ ਉਹ ਰਿਜ਼ਕ ਦੇ ਸਕੇ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਸਾਹਿਬ ਨੇ ਸਿੱਖਾਂ ਨੂੰ ਆਖਿਆ, ਪੂਰੇ ਹਿੰਦੁਸਤਾਨ ਦੇ ਅੰਦਰ ਸਤਿਗੁਰ ਨੇ ਸਿੱਖਾਂ ਨੂੰ ਸੰਦੇਸ਼ੇ ਭੇਜੇ ਵੀ ਹੁਣ ਜਿਹੜੀ ਰਸਮ ਤੁਸੀਂ ਗੁਰੂ ਘਰ ਵਿੱਚ ਭੇਜਦੇ ਹੋ, ਕਿਉਂਕਿ ਸਿੱਖ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਮਸੰਦ ਪ੍ਰਥਾ ਚਲਾਈ ਸੀ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ 22 ਮੰਜੀਆਂ ਤੇ 52 ਪੀੜੇ ਥਾਪੇ ਸਨ। ਇਹ 22 ਮੰਜੀਆਂ 52 ਪੀੜੇ ਤੇ ਜਿਹੜੇ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਮਸੰਦ ਥਾਪੇ ਸਨ, ਇਹਨਾਂ ਦਾ ਕੰਮ ਹੀ ਸੀ ਇੱਕ ਥਾਂ ਬਣਾ ਦਿੱਤੀ, ਨੀਅਤ ਕਰ ਦਿੱਤੀ, ਉੱਥੇ ਇੱਕ ਬੰਦਾ ਨੀਅਤ ਕਰ ਦਿੱਤਾ। ਉਹ ਬੰਦਾ ਨਾਲੇ ਤੇ ਧਰਮ ਦਾ ਪ੍ਰਚਾਰ ਕਰਦਾ ਸੀ, ਨਾਲੇ ਸਿੱਖਾਂ ਦੀ ਜਿਹੜੀ ਇਨਕਮ ਹੁੰਦੀ ਸੀ ਉਹਦੇ ਵਿੱਚੋਂ 10ਵਾਂ ਹਿੱਸਾ ਜਿਹੜਾ ਗੁਰੂ ਘਰ ਵਿੱਚ ਆਉਂਦਾ ਸੀ, ਉਸ 10ਵੇਂ ਹਿੱਸੇ ਨੂੰ ਦੀ ਜ਼ਿੰਮੇਵਾਰੀ ਹੁੰਦੀ ਸੀ ਉਹਨੂੰ ਗੁਰੂ ਕੇ ਦਰ ਤੱਕ ਪਹੁੰਚਾਏ। ਇਹ ਮਸੰਦਾਂ ਦਾ ਕੰਮ ਸੀ। ਪਰ ਮਸੰਦ ਬਾਅਦ ਵਿੱਚ ਜਾ ਕੇ ਬਦਲ ਗਏ। ਕਈ ਮਸੰਦਾਂ ਨੂੰ ਬਾਬਾ ਪ੍ਰਿਥੀ ਚੰਦ ਨੇ ਆਪਣੇ ਨਾਲ ਗੰਢ ਲਿਆ। ਜਦੋਂ ਗੁਰੂ ਘਰ ਦੀ ਨਾਕਾਬੰਦੀ ਕੀਤੀ, ਗੁਰੂ ਘਰ ਵਿੱਚ ਕੁਝ ਵੀ ਜਾਣ ਨਾ ਦਿੱਤਾ, ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੇ ਐਸਾ ਵੀ ਸਮਾਂ ਆਇਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਤੇ ਗੁਰੂ ਘਰ ਦੇ ਪਹਿਲਾਂ ਨੂੰ ਛੋਲੇ ਖਾ ਕੇ ਪਾਣੀ ਪੀ ਕੇ ਗੁਜ਼ਾਰਾ ਕਰਨਾ ਪਿਆ ਸੀ। ਸਾਹਿਬ ਜੀ ਨੇ ਹੁਕਮ ਕੀਤਾ ਸਿੱਖਾਂ ਨੂੰ, ਜਦੋਂ ਲਾਹੌਰ ਕਾਲ ਪਿਆ
ਵੀ ਹੁਣ ਜੋ ਆਪਣੀਆਂ ਜਿਹੜੀਆਂ ਭੇਟਾਵਾਂ ਤੁਸੀਂ ਭੇਜਦੇ ਹੋ, ਇਹ ਹਰਿਮੰਦਰ ਸਾਹਿਬ ਭੇਜਣ ਦੀ ਬਜਾਏ ਤੁਸੀਂ ਹੁਣ ਸਿੱਧੀਆਂ ਲਾਹੌਰ ਭੇਜੋ। ਸਾਹਿਬ ਆਪ ਲਾਹੌਰ ਗਏ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਮਰਿਆ ਹੋਇਆਂ ਨੂੰ ਆਪਣੇ ਹੱਥੀਂ ਚੁੱਕ ਕੇ ਉਹਨਾਂ ਦੇ ਸੰਸਕਾਰ ਕੀਤੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਲੋਕਾਂ ਦੇ ਘਰਾਂ ਵਿੱਚ ਰਿਜ਼ਕ ਪਹੁੰਚਾਇਆ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇੱਥੇ ਹੀ ਸਾਈਂ ਮੀਆਂ ਮੀਰ ਵਰਗੇ ਤੇ ਹੋਰ ਅਨੇਕਾਂ ਇਸਲਾਮ ਨੂੰ ਮੰਨਣ ਵਾਲੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਭੋਰੇ ਬਣ ਗਏ। ਗੁਰੂ ਨਾਨਕ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ਼ਾਗਿਰਦ ਬਣ ਕੇ ਪੱਕੇ। ਗੁਰੂ ਅਰਜਨ ਸਾਹਿਬ ਜੀ ਕੋਲ ਆ ਕੇ ਬੈਠੇ ਸਨ, ਲਾਹੌਰ ਗੱਲਾਂ ਬਾਤਾਂ ਕਰਦੇ ਸਨ, ਵਿਚਾਰਾਂ ਕਰਦੇ ਸਨ। ਇੰਨਾ ਪਿਆਰ ਬਣਿਆ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਇਹਨਾਂ ਦਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿਸ ਵੇਲੇ ਮੁੜ ਕੇ ਲਾਹੌਰ ਤੋਂ ਵਾਪਸ ਪਰਤੇ, ਸਿਰਫ ਕਾਰਨਾਂ ਦਾ ਮੈਂ ਜ਼ਿਕਰ ਕਰਨਾ ਵੀ ਜਿਹੜੇ ਕਾਰਨ ਨੇ ਉਹ ਡਬਲਿਊ ਲਿਖਦੇ ਕਹਿਣਗੇ। ਇੱਕ ਤੇ ਸਤਿਗੁਰਾਂ ਦਾ ਪਿਆਰ ਇੰਨਾ ਸੀ ਵੀ ਹਰ ਵੇਲੇ ਦੀਨਾਂ ਦੀ ਮਦਦ ਕਰਦੇ ਸਨ। ਦੂਜਾ ਉਹ ਲਿਖਦੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸਿੱਖਾਂ ਨੂੰ ਇੱਕ ਕੇਂਦਰੀ ਸਥਾਨ ਦਿੱਤਾ। ਹਰਿਮੰਦਰ ਸਾਹਿਬ ਅੰਮ੍ਰਿਤਸਰ ਇੱਕ ਕੇਂਦਰੀ ਸਥਾਨ ਦਿੱਤਾ। ਕਹਿਣ ਲੱਗੇ ਜਿੱਥੇ ਇੱਕ ਹਕੂਮਤ ਇਸਲਾਮ ਦੇ ਹੱਥ ਵਿੱਚ ਹੋਵੇ, ਜਿੱਥੇ ਉਸ ਹਕੂਮਤ ਦਾ ਪੈਰੋਕਾਰ ਜਿਹੜਾ ਉਹਨੂੰ ਮੰਨਣ ਵਾਲਾ ਬਾਦਸ਼ਾਹ ਹੈ, ਉਹ ਇਹ ਚਾਹੁੰਦਾ ਹੋਵੇ ਵੀ ਸਮੁੱਚੀ ਖਲਾਲੁਕਾਈ ਦੇ ਅੰਦਰ, ਹਿੰਦੁਸਤਾਨ ਦੇ ਅੰਦਰ ਸਿਰਫ ਇੱਕੋ ਹੀ ਧਰਮ ਹੋਣਾ ਚਾਹੀਦਾ, ਇਸਲਾਮ ਹੋਣਾ ਚਾਹੀਦਾ ਹੈ। ਕਿਉਂਕਿ ਜਹਾਂਗੀਰ ਜਿਹੜਾ ਹੈ ਇਹ ਦਾਰੁਲ ਇਸਲਾਮ ਨੂੰ ਮੰਨਣ ਵਾਲਾ ਸੀ। ਇਹਦਾ ਮਤਲਬ ਹੁੰਦਾ ਹੈ ਕਿ ਹਰ ਬੰਦਾ ਜਿਹੜਾ ਇਸ ਧਰਤੀ ਤੇ ਬਸਿੰਦਾ ਹੈ ਉਹ ਇਸਲਾਮ ਦਾ ਪੈਰੋਕਾਰ ਹੋਣਾ ਚਾਹੀਦਾ, ਇਸਲਾਮ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ। ਅਕਬਰ ਜਿਸ ਵੇਲੇ ਅਕਬਰ ਦੀ ਮੌਤ ਹੋਈ ਸੀ 1605 ਅੰਦਰ, 17 ਅਕਤੂਬਰ 1605 ਨੂੰ ਅਕਬਰ ਦੀ ਮੌਤ ਹੁੰਦੀ ਹੈ ਤੇ 24 ਅਕਤੂਬਰ 1605 ਨੂੰ ਜਹਾਂਗੀਰ ਆਪਣੇ ਪਿਤਾ ਤੋਂ ਬਾਅਦ ਬਾਦਸ਼ਾਹਤ ਦੀ ਗੱਦੀ ਤੇ ਬੈਠਾ ਹੈ। ਹਾਲਾਂਕਿ ਖੁਸਰੋ ਨੇ ਬਗਾਵਤ ਕੀਤੀ ਸੀ। ਖੁਸਰੋ ਜਹਾਂਗੀਰ ਦਾ ਪੁੱਤਰ ਸੀ। ਇਸ ਜਹਾਂਗੀਰ ਦਾ ਪਹਿਲਾ ਨਾਮ ਸੀ ਸਲੀਮ, ਪਰ ਜਦੋਂ ਤਖਤ ਤੇ ਬੈਠਾ ਇਹਨੇ ਤਖਤ ਤੇ ਬੈਠਿਆਂ ਨਾਲ ਆਪਣਾ ਨਾਮ ਰੱਖ ਲਿਆ ਜਹਾਂਗੀਰ। ਜਹਾਂਗੀਰ ਦਾ ਮਤਲਬ ਹੁੰਦਾ ਹੈ ਜਿਹੜਾ ਕੁੱਲ ਜਹਾਂ ਦੇ ਉੱਪਰ ਆਪਣੀ ਵਸੀਅਤ ਕਾਇਮ ਕਰਨ ਵਾਲਾ ਹੋਵੇ, ਜਿਹੜਾ ਕੁੱਲ ਜਹਾਂ ਦੇ ਉੱਪਰ ਆਪਣਾ ਹੁਕਮ ਚਲਾਉਣ ਵਾਲਾ ਹੋਵੇ। ਜਹਾਂਗੀਰ ਹੁਣ ਮੁਰਤਜ਼ਾ ਖਾਨ ਨੇ ਇਹਦੇ ਤਖਤ ਤੇ ਬੈਠਿਆਂ ਨਾਲ ਹੀ ਇਹਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਔਰ ਇਹ ਯਤਨ ਕਰ ਰਿਹਾ ਸੀ ਅਕਬਰ ਦੇ ਸਮੇਂ ਤੋਂ, ਪਰ ਅਕਬਰ ਜਿਹੜਾ ਸੀ ਉਹ ਬੜਾ ਖੁੱਲ੍ਹ ਦਿਲਾ ਸੀ, ਹਰ ਗੱਲ ਨੂੰ ਸੋਚ ਵਿਚਾਰ ਕੇ ਕਰਨ ਵਾਲਾ ਸੀ। ਧਿਆਨ ਦੇਣਾ, ਜਦੋਂ ਕੋਈ ਵੀ ਬੰਦਾ ਕਿਸੇ ਰਹਿਮਤ ਨੂੰ ਮੰਨਦਾ ਹੈ ਸੰਸਾਰ ਵਿੱਚ, ਕਿਸੇ ਤਖਤ ਜਾਂ ਗੱਦੀ ਤੇ ਬੈਠਦਾ ਹੈ, ਧਿਆਨ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ ਉਹ ਜਿਸ ਵੇਲੇ ਤਖਤ ਤੇ ਜਾਂ ਗੱਦੀ ਤੇ ਬੈਠੇ ਆਪਣੇ ਕੰਨਾਂ ਦਾ ਬੜਾ ਪੱਕਾ ਹੋਵੇ। ਜੇ ਉਹ ਕੰਨਾਂ ਦਾ ਕੱਚਾ ਹੋਏਗਾ ਉਹਨੂੰ ਵਰਗਲਾਉਣ ਵਾਲੇ ਚਾਰੇ ਪਾਸਿਓਂ ਵਰਗਲਾਉਣਗੇ। ਅਕਬਰ ਨੂੰ ਬਹੁਤ ਵਰਗਲਾਇਆ ਪਰ ਅਕਬਰ ਕਦੀ ਨਾ ਵਰਗਲਿਆ, ਕਿਉਂਕਿ ਉਹਨੇ ਬੇਸ਼ੱਕ ਗੁਰੂ ਅਮਰਦਾਸ ਜੀ ਦੇ ਵਕਤ ਆਪਣੇ ਅਹਿਲਕਾਰ ਭੇਜੇ ਸਨ ਵੀ ਸਾਨੂੰ ਮਿਲੋ ਆ ਕੇ। ਉਹਨਾਂ ਕਿਉਂਕਿ ਮੁਰਤਜ਼ਾ ਖਾਨ ਵਰਗਿਆਂ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਖਿਲਾਫ ਇਹ ਟਿੱਪਣੀਆਂ ਘੜੀਆਂ ਸਨ ਕਿ ਇਹ ਜਿਹੜੀ ਪੋਥੀ ਪੜ੍ਹਦੇ ਨੇ ਉਸ ਪੋਥੀ ਦੇ ਅੰਦਰ ਇਹਨਾਂ ਨੇ ਬਹੁਤ ਕੁਝ ਇਸਲਾਮ ਦੇ ਖਿਲਾਫ ਲਿਖਿਆ ਹੈ। ਪਰ ਜਦੋਂ ਅਕਬਰ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬੁਲਾਇਆ ਤੇ ਸਾਹਿਬ ਨੇ ਭਾਈ ਜੇਠਾ ਭਾਈ ਗੁਰਦਾਸ ਸਿੰਘ ਨੂੰ ਭੇਜਿਆ। ਜਦੋਂ ਉੱਥੇ ਪੋਥੀ ਪੜ੍ਹ ਕੇ ਸੁਣਾਈ ਗਈ ਤੇ ਅਕਬਰ ਪੋਥੀ ਪੜ੍ਹ ਕੇ ਬਾਪ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਇੰਨਾ ਖੁਸ਼ ਹੋਇਆ ਸੁਣ ਕੇ। ਇਹਨੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਪੋਥੀ ਰੂਪ ਵਿੱਚ ਸੀ ਉਸ ਵੇਲੇ ਸਤਿਗੁਰੂ ਜੀ, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ 1601 ਵਿੱਚ ਸੰਪਾਦਨਾ ਕੀਤੀ ਹੈ ਤੇ 1604 ਵਿੱਚ ਇਹ ਕਾਰਜ ਪੂਰਾ ਕੀਤਾ। ਜਿਸ ਵੇਲੇ ਅਕਬਰ ਨੇ ਬੁਲਾਇਆ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਪੋਥੀ ਰੂਪ ਵਿੱਚ, ਪੋਥੀ ਪਰਮੇਸ਼ਰ ਦਾ ਹਾਂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਦੋਂ ਸਿੱਖ ਭੇਜੇ, ਜਦੋਂ ਬਾਣੀ ਪੜ੍ਹ ਕੇ ਸੁਣਾਈ, ਅਕਬਰ ਇੰਨਾ ਖੁਸ਼ ਹੋਇਆ। ਉਹ ਕਹਿੰਦਾ ਇਹ ਗ੍ਰੰਥ ਤੇ ਤਾਲੀਮ ਪਾ ਸ਼ੁਕ ਕੇ ਸਲਾਮ ਕਰਨ ਦੇ ਕਾਬਿਲੇ ਉਹ ਕਿਹੜਾ ਜਿਹਨੇ ਇਸ ਗ੍ਰੰਥ ਦੇ ਬਾਬਤ ਇਹਨਾਂ ਮਾੜਾ ਬੋਲਿਆ। ਆਪਣੇ ਕੋਲੋਂ ਬਹੁਤ ਕੀਮਤੀ ਭੇਟਾਵਾਂ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਮੋਹਰਾਂ ਅਰਪਣ ਕੀਤੀਆਂ ਤੇ ਨਾਲ ਕਿਹਾ ਵੀ ਜਿਸ ਦਿਨ ਮੇਰਾ ਵਸ ਲੱਗੇਗਾ ਮੈਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਆਪ ਦਰਸ਼ਨ ਕਰਨਾ ਮੰਗਾ ਗੋਇੰਦਵਾਲ ਦੀ ਧਰਤੀ ਤੇ। ਔਰ ਅਕਬਰ ਆਇਆ ਗੋਇੰਦਵਾਲ ਦੀ ਧਰਤੀ ਤੇ। ਇਹ ਲਾਹੌਰ ਨੂੰ ਜਾਂਦਿਆਂ ਸਤਿਗੁਰਾਂ ਦੇ ਦੀਦਾਰ ਕਰਨ ਆਇਆ। ਇਹਨੇ ਪਹਿਲਾਂ ਪੰਗਤ ਵਿੱਚ ਬਹਿ ਕੇ ਲੰਗਰ ਛਕਿਆ, ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦੀਦਾਰ ਕਰਕੇ ਸਤਿਗੁਰਾਂ ਦੇ ਨਾਲ ਕੁਝ ਸਮਾਂ ਬੈਠ ਕੇ ਵਿਚਾਰਾਂ ਕੀਤੀਆਂ। ਇੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ
ਜਿਹੜੀ ਸਤੀ ਪ੍ਰਥਾ ਹੈ, ਉਹ ਸਤੀ ਪ੍ਰਥਾ ਨੂੰ ਕਾਨੂੰਨੀ ਜਾਮਾ ਪਹਿਨਾਉਣ ਦੀ ਗੱਲ ਕਹੀ ਵੀ ਅੱਜ ਤੋਂ ਬਾਅਦ ਇਹ ਕਾਨੂੰਨ ਬਣਾ ਦਿਓ, ਕੋਈ ਬੱਚੀ ਜਦੋਂ ਦਾ ਪਤੀ ਮਰੇ ਕਿ ਉਹਦੇ ਪਤੀ ਦੇ ਮਰਨ ਤੋਂ ਬਾਅਦ ਉਹਨੂੰ ਜ਼ਬਰਦਸਤੀ ਚਿਖਾ ਵਿੱਚ ਨਾ ਸਾੜਿਆ ਜਾਏ। ਇਹ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸੀ, ਅਕਬਰ ਨੂੰ ਕਹਿ ਕੇ ਕਾਨੂੰਨ ਬਣਵਾਇਆ ਸਿੱਖਿਆ। ਮੈਂ ਫਿਰ ਉਸ ਸ਼ਬਦ ਵੱਲ ਵਰਤਾ। ਇੱਕ ਤੇ ਗੁਰੂ ਅਰਜਨ ਸਾਹਿਬ ਜੀ ਦੀਨਾਂ ਦੀ ਮਦਦ ਕਰਦੇ ਸਨ, ਦੂਜਾ ਇਹ ਉਹ ਲਿਖਦਾ ਕਹਿਣ ਲੱਗੇ ਗੁਰੂ ਅਮਰਦਾਸ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕੇਂਦਰੀ ਸਥਾਨ ਬਣਾਇਆ। ਤੀਜਾ ਉਹ ਲਿਖਦਾ ਘੱਟ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਿਹੜਾ ਗ੍ਰੰਥ ਸਥਾਪਿਤ ਕੀਤਾ, ਇਸ ਗ੍ਰੰਥ ਦੀ ਬਾਣੀ ਨੂੰ ਪੜ੍ਹਨ ਵਾਲੇ ਲੋਕ ਦਿਨ ਬ ਦਿਨ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਵੱਧ ਚੜ੍ਹ ਕੇ ਆ ਕੇ ਸਿੱਖੀ ਨੂੰ ਧਾਰਨ ਕਰਨ ਲੱਗ ਪਏ ਸਨ। ਬਸ ਇਹੀ ਕਾਰਨ ਸੀ ਜਿਸ ਕਾਰਨ ਜਹਾਂਗੀਰ ਚਾਹੁੰਦਾ ਸੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਜਾਏ। ਜਹਾਂਗੀਰ ਨੇ ਆਪਣੀ ਤੁਝਕੇ ਜਹਾਂਗੀਰੀ ਦੇ ਅੰਦਰ ਲਿਖਿਆ, ਆਪਣੀ ਬਾਇਓਗ੍ਰਾਫੀ ਦੇ ਅੰਦਰ ਵੀ ਇੱਕ ਝੂਠ ਦੀ ਦੁਕਾਨ ਗੁਰੂ ਅਰਜਨ ਸਾਹਿਬ ਜੀ ਨੂੰ ਕਹਿੰਦਾ ਹੈ, ਝੂਠ ਦੀ ਦੁਕਾਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੂੰ ਕਹਿੰਦਾ ਹੈ। ਉਹ ਆਪਣੇ ਅੰਦਰ ਦੀ ਈਰਖਾ ਨੂੰ ਬਿਆਨ ਕਰਦਾ ਹੈ, ਕਿੰਨੀ ਈਰਖਾ ਰੱਖਦਾ ਸੀ ਗੁਰੂ ਘਰ ਦੇ ਪ੍ਰਤੀ। ਉਹ ਕਹਿੰਦੇ ਝੂਠ ਦੀ ਦੁਕਾਨ ਜਿਹੜੀ ਪਿਛਲੇ ਕਈ ਪੁਸ਼ਤਾਂ ਤੋਂ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਚੱਲ ਰਹੀ ਹੈ, ਉਸ ਝੂਠ ਦੀ ਦੁਕਾਨ ਦੇ ਉੱਪਰ ਬੈਠੇ ਅਰਜਨ ਨਾਮ ਦਾ ਇਨਸਾਨ, ਜਿਨ੍ਹਾਂ ਚਰਨਾਂ ਵਿੱਚ ਕਈ ਹਿੰਦੂ ਭੁੱਲੜ ਤੇ ਕਈ ਇਸਲਾਮ ਧਰਮ ਨੂੰ ਮੰਨਣ ਵਾਲੇ ਉਹ ਲੋਕ ਜਿਹੜੇ ਇਸਲਾਮ ਧਰਮ ਨੂੰ ਛੱਡ ਕੇ ਗੁਰੂ ਅਰਜਨ ਸਾਹਿਬ ਜੀ ਦੇ ਸਿੱਖ ਬਣ ਰਹੇ ਨੇ, ਉਹ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਜਾ ਕੇ ਆਪਣਾ ਧਰਮ ਛੱਡ ਰਹੇ ਨੇ। ਮੈਂ ਪਿਛਲੇ ਕਈ ਸਮੇਂ ਤੋਂ ਚਾਹੁੰਦਾ ਸਾਂ ਇਸ ਦੁਕਾਨ ਨੂੰ ਬੰਦ ਕੀਤਾ ਜਾਏ, ਪਰ ਮੇਰਾ ਕੋਈ ਹੀਲਾ ਨਾ ਚੱਲਿਆ। ਪਰ ਜਿਸ ਵੇਲੇ ਮੈਂ ਗੱਦੀ ਤੇ ਬੈਠਾ ਬਾਦਸ਼ਾਹ ਨੂੰ ਮਾਣਿਆ, ਮੈਂ ਹੁਕਮ ਕੀਤਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਲਾਹੌਰ ਤੋਂ ਭੇਜ ਕੇ ਮੁਰਤਜ਼ਾ ਖਾਨ ਨੂੰ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਹੈ। ਇਹਨੇ ਤੁਝਕੇ ਜਹਾਂਗੀਰੀ ਵਿੱਚ ਸਾਰੇ ਕਾਰਨ ਬਿਆਨ ਕੀਤੇ ਨੇ ਔਰ ਬਹੁਤ ਵੱਡਾ ਇਹ ਸੋਮਾ ਹੈ ਇਤਿਹਾਸ ਦਾ, ਜਿਹਨੂੰ ਸਮਝ ਕੇ ਸੀ ਇਸ ਨਤੀਜੇ ਤੇ ਪਹੁੰਚਦੇ ਹਾਂ ਵੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਕਾਰਨ ਕੀ ਸੀ। ਇੱਕ ਕਾਰਨ ਚੰਦੂ ਦੀ ਬੱਚੀ ਦੇ ਰਿਸ਼ਤੇ ਨੂੰ ਵੀ ਮੰਨਿਆ ਜਾਂਦਾ ਹੈ, ਪਰ ਉਹ ਸਹਿ ਕਾਰਨ ਹੈ। ਉਹ ਕਾਰਨ ਕੋਈ ਇਹ ਨਹੀਂ ਵੀ ਚੰਦੂ ਨੇ ਕਿਹਾ ਤੇ ਚੰਦੂ ਦੇ ਕਹਿਣ ਤੇ ਗੁਰੂ ਅਰਜਨ ਸਾਹਿਬ ਜੀ ਨੂੰ ਲਾਹੌਰ ਲਿਆਂਦਾ ਗਿਆ ਤੇ ਸ਼ਹੀਦ ਕਰ ਦਿੱਤਾ ਗਿਆ, ਨਹੀਂ। ਉਹ ਸਿਰਫ ਇੰਨੀ ਗੱਲ ਸੀ ਵੀ ਚੰਦੂ ਇਹਦੀ ਬੱਚੀ ਜਵਾਨ ਹੋਈ। ਪ੍ਰੋਹਿਤ ਕਿਉਂਕਿ ਉਸ ਵੇਲੇ ਜਾਂਦੇ ਸਨ ਰਿਸ਼ਤੇ ਕਰਨ ਵਾਸਤੇ, ਪ੍ਰੋਹਿਤ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਵਿੱਚ ਪਹੁੰਚਿਆ। ਗੁਰੂ ਹਰਗੋਬਿੰਦ ਪਾਤਸ਼ਾਹ ਜੀ 1605 ਈਸਵੀ ਦੇ ਅੰਦਰ ਸਾਹਿਬ ਦੀ ਉਮਰ ਜਿਹੜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ 10 ਸਾਲ ਦੀ ਸੀ। 10 ਸਾਲ ਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਰੀਰ ਕਰਕੇ ਬੜੇ ਸੁਡੋਲ ਸਨ। ਪਾਤਸ਼ਾਹ ਜੀ ਨੂੰ ਵੇਖਿਆ ਇਹਨੇ ਪ੍ਰੋਹਿਤ ਨੇ ਤੇ ਵੇਖ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਨਾਲ ਚੰਦੂ ਦੀ ਧੀ ਦਾ ਰਿਸ਼ਤਾ ਕਰਕੇ ਆ ਗਿਆ। ਜਿਹਨੂੰ ਰਿਸ਼ਤਾ ਕਰਕੇ ਵਾਪਸ ਦਿੱਲੀ ਆਇਆ, ਚੰਦੂ ਨੇ ਪੁੱਛਿਆ ਤੇ ਇਹ ਕਹਿਣ ਲੱਗਾ ਤੁਹਾਡੀ ਬੱਚੀ ਦਾ ਰਿਸ਼ਤਾ ਏਡੇ ਵੱਡੇ ਖਾਨਦਾਨ ਵਿੱਚ ਕਰਕੇ ਆਇਆ ਵੀ ਤੁਹਾਡੀ ਧੀ ਸਾਰੀ ਜ਼ਿੰਦਗੀ ਰਾਜ ਕਰੇਗੀ। ਨੇ ਆਖਿਆ ਉਹ ਕਿਹੜਾ ਖਾਨਦਾਨ? ਉਹ ਕਹਿਣ ਲੱਗੇ ਉਹ ਖਾਨਦਾਨ ਗੁਰੂ ਨਾਨਕ ਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪੁੱਤਰ ਦੇ ਨਾਲ ਤੁਹਾਡੀ ਧੀ ਦਾ ਰਿਸ਼ਤਾ ਕਰਕੇ ਆਇਆ। ਤੇ ਉਸ ਵੇਲੇ ਚੰਦੂ ਨੇ ਈਰਖਾ ਵਿੱਚ ਤੇ ਹੰਕਾਰ ਵਿੱਚ ਕਿਹਾ ਸੀ, ਜਾ ਪ੍ਰੋਹਿਤਾ ਕੀ ਕਰਕੇ ਆਇਆ ਤੂੰ? ਆਪ ਇੱਕ ਮਹਿਲ ਦੀ ਇੱਕ ਮੋਰੀ ਨੂੰ ਲਾ ਕੇ ਆ ਗਿਆ, ਪਾਪ ਆਪਣੇ ਘਰ ਨੂੰ ਮਹਿਲ ਤੇ ਗੁਰੂ ਨਾਨਕ ਦੇ ਘਰ ਨੂੰ ਨੇ ਮੋਰੀ ਆਖਿਆ। ਉੱਥੇ ਜਿਹੜੇ ਕੁਝ ਗੁਰੂ ਘਰ ਦੇ ਸ਼ਰਧਾਲੂ ਸਨ ਉਹਨਾਂ ਬੋਲ ਸੁਣੇ, ਗੁਰੂ ਅਰਜਨ ਸਾਹਿਬ ਜੀ ਕੋਲ ਗਏ। ਗੁਰੂ ਅਰਜਨ ਸਾਹਿਬ ਜੀ ਨੂੰ ਆਖਿਆ ਵੀ ਸਤਿਗੁਰੂ, ਗੁਰੂ ਨਾਨਕ ਦੇ ਘਰ ਪ੍ਰਤੀ ਇੰਨੇ ਮਾੜੇ ਬੋਲਦਾ ਹੈ ਚੰਦੂ, ਇਹੋ ਜਿਹੀ ਸੋਚ ਨਹੀਂ ਰੱਖਦਾ ਚੰਦੂ, ਤੁਸੀਂ ਉਹਦੀ ਧੀ ਨਾਲ ਰਿਸ਼ਤਾ ਨਾ ਕਰੋ। ਸਾਹਿਬ ਨੇ ਮਨਾ ਕਰ ਦਿੱਤਾ। ਪਰ ਜਿਸ ਵੇਲੇ ਚੰਦੂ ਨੇ ਬਾਅਦ ਵਿੱਚ ਬੜੀਆਂ ਗੱਲਾਂ ਕੀਤੀਆਂ, ਬੜੇ ਲਾਲਚ ਵੀ ਦਿੱਤੇ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਹਾ ਨਹੀਂ, ਤੇਰੀ ਧੀ ਦੇ ਨਾਲ ਸਾਡਾ ਕੋਈ ਦੁਖਾਂਤ ਨਹੀਂ, ਉਹ ਤੇਰੀਆਂ ਧੀ ਸਾਡੀ ਧੀ ਵਰਗੀ ਏ। ਪਰ ਸੱਚ ਹੈ ਜਿਹੜਾ ਬੋਲ ਤੂੰ ਗੁਰੂ ਨਾਨਕ ਦੇ ਘਰ ਨੂੰ ਬੋਲਿਆ ਉਹ ਬੋਲ ਮਾਫੀ ਦੇ ਕਾਬਿਲ ਨਹੀਂ। ਧਿਆਨ ਦੇਣਾ ਤੇ ਗੁਰੂ ਦੇ ਪੁੱਤਰਾਂ ਨੇ ਜੇ ਬਾਣੀ ਦਾ ਇੱਕ ਅੱਖਰ ਵੀ ਬਦਲਿਆ, ਮੇਰੇ ਸਤਿਗੁਰ ਨੇ ਤੇ ਉਹਨਾਂ ਨੂੰ ਮੂੰਹ ਨਹੀਂ ਲਾਇਆ। ਇਹ ਤੇ ਫਿਰ ਵੀ ਸਿਰਫ ਗੁਰੂ ਘਰ ਦੇ ਪ੍ਰਤੀ ਮਾੜੇ ਬੋਲ ਬੋਲਣ ਵਾਲਾ ਦੂਰ ਦਾ ਬੰਦਾ ਸੀ, ਜਿਹਨੂੰ ਗੁਰੂ ਪਾਤਸ਼ਾਹ ਜੀ ਜਾਣਦੇ ਵੀ ਨਹੀਂ ਸਨ। ਪਰ ਧਿਆਨ ਦੇਣਾ ਇੱਕ ਕਾਰਨ ਸੀ ਜਿਹਨੂੰ ਸਹਿ ਕਾਰਨ ਆਖਿਆ ਜਾਂਦਾ ਹੈ। ਦੂਜਾ ਕਾਰਨ ਨਕਸ਼ਬੰਦੀਆਂ ਦੀ ਚੁੱਕ ਸੀ। ਜਿਹੜੇ ਨਕਸ਼ਬੰਦੀ ਸਨ ਮੁਰਤਜ਼ਾ ਖਾਨਾਂ ਵਿੱਚੋਂ ਹੀ ਸੀ। ਇਹਨਾਂ ਦਾ ਗੁਰੂ ਘਰ ਦੇ ਨਾਲ ਬੜਾ ਵੈਰ ਸੀ। ਅਸਲ ਵਿੱਚ ਨਕਸ਼ਬੰਦੀ ਸਿਲਸਿਲਾ ਸ਼ੇਖ ਅਹਿਮਦ ਸਰਹੰਦੀ ਇਹਦਾ ਆਗੂ ਸੀ। ਇਸ ਤੋਂ ਪਹਿਲਾਂ ਦਾ ਆਗੂ ਸੀ ਖਵਾਜਾ ਬਕੀ ਬਿੱਲਾ।
ख्वाजा बकी बिल्ला ने एक दिन ਉਂਝ ਹੀ ਕਹਿ ਦਿੱਤਾ, ਜਿੱਦਣ ਸ਼ੇਖ ਅਹਿਮਦ ਸਰਹੰਦੀ ਉਹਦੀ ਮੌਤ ਤੋਂ ਉਹਦੇ ਕੀਤੇ ਕਾਰਨਾਮਿਆਂ ਤੋਂ ਇੰਨਾ ਖੁਸ਼ ਹੋਇਆ, ਕਹਿੰਦਾ ਇੱਕ ਦਿਨ ਇਹ ਇਸਲਾਮ ਨੂੰ ਬਹੁਤ ਅੱਗੇ ਲੈ ਕੇ ਜਾਏਗਾ। ਇਹਨੂੰ ਇੰਨਾ ਅਹੰਕਾਰ ਹੋਇਆ ਵੀ ਇਹਨੇ ਆਪਣੇ ਆਪ ਨੂੰ ਦੁਨੀਆ ਦਾ ਕਿਊਨ ਕਹਿਣਾ ਸ਼ੁਰੂ ਕਰ ਦਿੱਤਾ। ਕਿਊਨ ਕਹਿੰਦੇ ਨੇ ਉਹਨੂੰ ਜਿਹਦੇ ਹੱਥ ਵਿੱਚ ਸਭ ਕੁਝ ਹੋਵੇ, ਜੋ ਸਮੁੱਚੀ ਦੁਨੀਆ ਦਾ ਰਹਿਬਰ ਹੋਵੇ। ਕਹਿੰਦਾ ਮੈਂ ਹੀ ਰਹਿਬਰ ਹਾਂ। ਇਹਨੇ ਮੁਰਤਜ਼ਾ ਖਾਨ ਅਕਬਰ ਦੇ ਦਰਬਾਰ ਵਿੱਚ ਭੇਜਿਆ ਸੀ। ਉਹੀ ਮੁਰਤਜ਼ਾ ਖਾਨ ਜਹਾਂਗੀਰ ਦੇ ਦਰਬਾਰ ਵਿੱਚ ਸੀ। ਜਹਾਂਗੀਰ ਦੇ ਕੰਨ ਭਰਨ ਲੱਗਾ। ਨਕਸ਼ਬੰਦੀ ਇੱਕ ਬੜੀ ਵੱਡੀ ਸੀ, ਇੱਕ ਹਿੱਲਾ ਸੀ ਇਹਨਾਂ ਦਾ। ਇਹਨਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪ੍ਰਤੀ ਬੜੇ ਕੰਨ ਭਰੇ। ਜਹਾਂਗੀਰ ਦੇ ਇਹ ਵੀ ਇੱਕ ਬਹੁਤ ਵੱਡਾ ਕਾਰਨ ਸੀ। ਤੀਸਰਾ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ। ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਇੱਕ ਗ੍ਰੰਥ ਮਿਲ ਗਿਆ ਕੌਮ ਨੂੰ। ਤੇ ਜਦੋਂ ਗ੍ਰੰਥ ਮਿਲਿਆ ਤੇ ਜਹਾਂਗੀਰ ਕਦੀ ਨਹੀਂ ਸੀ ਚਾਹੁੰਦਾ ਵੀ ਇੱਕ ਗ੍ਰੰਥ, ਕਿਉਂਕਿ ਇੱਕ ਕੌਮ ਉਦੋਂ ਮੁਕੰਮਲ ਹੋ ਜਾਂਦੀ ਹੈ ਜਦੋਂ ਦੇ ਕੋਲ ਆਪਣਾ ਗ੍ਰੰਥ ਤੇ ਆਪਣਾ ਸਥਾਨ ਹੋਵੇ। ਹੁਣ ਗੁਰੂ ਅਰਜਨ ਸਾਹਿਬ ਜੀ ਨੇ ਦੋਵੇਂ ਚੀਜ਼ਾਂ ਦੇ ਦਿੱਤੀਆਂ, ਗ੍ਰੰਥ ਵੀ ਦੇ ਦਿੱਤਾ, ਸਥਾਨ ਵੀ ਦੇ ਦਿੱਤਾ। ਇਹੀ ਕਾਰਨ ਸੀ, ਇਹ ਚਾਹੁੰਦਾ ਸੀ ਵੀ ਇਸ ਘਰ ਨੂੰ ਬੰਦ ਕੀਤਾ ਜਾਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਗ੍ਰਿਫਤਾਰੀ ਦੇ ਇਹ ਵਾਰੰਟ ਜਾਰੀ ਕਰ ਰਹੇ। ਪੰਜਵਾਂ ਕਾਰਨ ਜਿਹੜਾ ਹੈ, ਪਹਿਲਾ ਕਾਰਨ ਚੰਦੂ, ਦੂਜਾ ਕਾਰਨ ਨਕਸ਼ਬੰਦੀਏ, ਤੀਜਾ ਕਾਰਨ ਕੇਂਦਰੀ ਸਥਾਨ, ਚੌਥਾ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ, ਪੰਜਵਾਂ ਕਾਰਨ ਖੁਸਰੋ ਦੀ ਬਗਾਵਤ। ਇਹ ਖੁਸਰੋ ਜਹਾਂਗੀਰ ਦਾ ਪੁੱਤਰ ਸੀ। ਜਦੋਂ ਜਹਾਂਗੀਰ ਤਖਤ ਤੇ ਬੈਠਾ ਹੈ ਤੇ ਖੁਸਰੋ ਬਗਾਵਤ ਕਰ ਦਿੰਦਾ ਵੀ ਨਹੀਂ, ਗੱਦੀ ਤੇ ਮੈਂ ਬਹਿਣਾ, ਕਿਉਂਕਿ ਇਹ ਚਾਹੁੰਦਾ ਸੀ ਖੁਸਰੋ ਇਹ ਆਪਣੇ ਦਾਦੇ ਤੋਂ ਬੜਾ ਪ੍ਰਭਾਵਿਤ ਸੀ, ਅਕਬਰ ਤੋਂ। ਪਰ ਜਹਾਂਗੀਰ ਬੜਾ ਤਵੱਸਵੀ ਮਤ ਦਾ ਸੀ। ਇਹ ਜਾਣਦਾ ਸੀ ਜੇ ਮੇਰਾ ਪਿਓ ਗੱਦੀ ਤੇ ਬਹਿ ਗਿਆ, ਇਹਨੇ ਪਿਤਾ ਦੀ ਪੱਤ ਨੂੰ ਰੋਲਣਾ ਹੈ। ਤੇ ਇਹ ਚਾਹੁੰਦਾ ਸੀ ਮੈਂ ਆਪਣੇ ਦਾਦੇ ਦੀ ਥਾਂ ਤੇ ਬੈਠਾ। ਇਹਨੇ ਵਿਰੋਧ ਕੀਤਾ, ਕੁਝ ਬੰਦੇ ਦੇ ਨਾਲ ਸੀ। ਇਹਦੇ ਵਿਰੋਧ ਨੂੰ ਇਹਦੇ ਪਿਓ ਜਹਾਂਗੀਰ ਨੇ ਦਬਾ ਦਿੱਤਾ। ਦਬਾਇਆ ਕਿ ਇਹਨੂੰ ਕੈਦ ਵਿੱਚ ਕਰ ਲਿਆ। ਇੱਕ ਦਿਨ ਕੈਦ ਵਿੱਚੋਂ ਇਸ ਕਰਕੇ ਆਪਣੇ ਨਾਲ ਕੁਝ ਸੇਵਕ ਲੈ ਕੇ ਨਿਕਲਿਆ ਵੀ ਮੈਂ ਦਾਦੇ ਦੀ ਕਬਰ ਤੇ ਫੁੱਲ ਚੜਾਉਣ ਜਾਣਾ ਹੈ। ਫੁੱਲ ਚੜਾਉਣ ਤੇ ਨਹੀਂ ਗਿਆ, ਪਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚ ਗਿਆ। ਉੱਥੇ ਇਤਿਹਾਸ ਲਿਖਦਾ ਗੁਰੂ ਅਰਜਨ ਸਾਹਿਬ ਜੀ ਕੋਲ ਗਿਆ, ਸਾਹਿਬ ਪਾਤਸ਼ਾਹ ਜੀ ਕੋਲ ਆਇਆ ਤੇ ਸਤਿਗੁਰੂ ਨੇ ਬੜੀ ਤਲਦੇਹੀ ਨਾਲ ਇਹਨਾਂ ਨੂੰ ਘਰ ਬੁਲਾਇਆ, ਬਿਠਾਇਆ, ਲੰਗਰ ਛਕਾਇਆ। ਉੱਥੇ ਮੁਰਤਜ਼ਾ ਖਾਨ ਨੇ ਇਹ ਕੰਨ ਭਰ ਦਿੱਤੇ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹਨੂੰ ਤਿਲਕ ਦਿੱਤਾ ਹੈ। ਤਿਲਕ ਦੇਣ ਦਾ ਮਤਲਬ ਸੀ ਵੀ ਗੱਦੀ ਦਾ, ਬਾਦਸ਼ਾਹਤ ਦਾ ਮਾਲਕ ਉਹਨਾਂ ਨੇ ਖੁਸਰੋ ਨੂੰ ਥਾਪ ਦਿੱਤਾ ਹੈ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਾਬਤ ਇਹ ਜਿਹੜਾ ਹਵਾਲਾ ਹੈ ਕਿਸੇ ਇਤਿਹਾਸਕਾਰ ਨੇ ਨਹੀਂ ਦਿੱਤਾ, ਪਰ ਇਹ ਜਿਹੜਾ ਇਤਿਹਾਸ ਵਿੱਚੋਂ ਜ਼ਿਕਰ ਮਿਲਦਾ ਹੈ ਵੀ ਖੁਸਰੋ ਦੀ ਬਗਾਵਤ ਕਰਕੇ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲੋਂ ਜਾਣ ਕਰਕੇ ਜਹਾਂਗੀਰ ਨੂੰ ਇੱਕ ਨੁਕਤਾ ਮਿਲ ਗਿਆ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਹਕੂਮਤ ਦੇ ਬਾਗੀ ਦੀ ਮਦਦ ਕੀਤੀ ਹੈ। ਇਸ ਕਾਰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕੀਤਾ ਗਿਆ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਇਆ ਜਾਂਦਾ ਹੈ। ਇੱਥੇ ਸਾਧ ਸੰਗਤ 5 ਦਿਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਤਸੀਹੇ ਦਿੱਤੇ ਜਾਂਦੇ ਰਹੇ ਨੇ। 5 ਦਿਨ। ਪਹਿਲੇ ਦਿਨ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਇੱਕ ਉਬਲਦੇ ਹੋਏ ਪਾਣੀ ਦੀ ਦੇਗ ਲਿਆਂਦੀ ਗਈ। ਪਾਣੀ ਉਬਲਿਆ ਹੋਇਆ ਸੀ, ਉਹਦੇ ਅੰਦਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬਿਠਾਇਆ ਗਿਆ। ਸਤਿਗੁਰੂ ਜੀ ਉਹਦੇ ਵਿੱਚ ਬੈਠੇ। ਗਰਮ ਪਾਣੀ, ਵੇਖੋ ਸਾਧ ਸੰਗਤ, ਗਰਮ ਪਾਣੀ ਤਨ ਤੇ ਪਵੇ ਤੇ ਸਰੀਰ ਦਾ ਮਾਸ ਖੁੱਲ ਜਾਂਦਾ ਹੈ, ਅੰਦਰ ਪਾਣੀ ਭਰ ਜਾਂਦਾ ਹੈ, ਖੁੱਲੂਏ ਬਣ ਜਾਂਦੇ ਨੇ ਸਰੀਰ ਤੇ। ਪਹਿਲੇ ਦਿਨ ਸਤਿਗੁਰਾਂ ਨੂੰ ਗਰਮ ਪਾਣੀ ਦੀ ਦੇਗ ਵਿੱਚ ਉਬਾਲਿਆ ਗਿਆ। ਦੂਜੇ ਦਿਨ ਸਤਿਗੁਰ ਪਾਤਸ਼ਾਹ ਜੀ ਨੂੰ ਬਾਹਰ ਤਪਦੀ ਗਰਮੀ ਦੇ ਵਿੱਚ ਸਤਿਗੁਰਾਂ ਨੂੰ ਬਿਠਾ ਕੇ ਤੇ ਤਨ ਦੇ ਉੱਪਰ ਰੇਤ ਦੇ ਕੜਛੇ ਭਰ ਕੇ ਸਤਿਗੁਰਾਂ ਦੇ ਤਨ ਤੇ ਪਾਏ ਗਏ। ਕਿਉਂਕਿ ਜਿਸ ਵੇਲੇ ਤਨ ਦੀ ਮਾਸ ਖੁੱਲੇਗਾ ਉੱਤੇ ਗਰਮ ਰੇਤ ਪਏਗੀ ਤੇ ਖਿਆਲ ਕਰਿਓ ਇੱਕ ਆਮ ਬੰਦਾ ਸੋਚ ਵੀ ਨਹੀਂ ਸਕਦਾ ਵੀ ਕਿੰਨੀ ਪੀੜਾ ਤੇ ਕਿੰਨਾ ਦਰਦ ਹੋਏਗਾ। ਆ ਘਰ 'ਚ ਕੰਮ ਕਰਦੇ ਆ, ਕਿਤੇ ਹੱਥ ਥੋੜਾ ਜਿਹਾ ਗਰਮ ਚੀਜ਼ ਨੂੰ ਲੱਗ ਜਾਏ, ਫਲੂਆ ਬਣ ਜਾਏ, ਧਿਆਨ ਦੇਣਾ ਜਿੰਨੇ ਦਿਨ ਉਹ ਠੀਕ ਨਹੀਂ ਹੁੰਦਾ, ਬੰਦਾ ਵਾਰ-ਵਾਰ ਟੋ ਕੇ ਵੇਖਦਾ ਹੈ, ਕਹਿੰਦਾ ਇਹਦਾ ਦਰਦ ਇਹਦੀ ਅੰਦਰ ਦੀ ਜਿਹੜਾ ਸਾੜਪਨ ਹੈ ਉਹ ਜਾਂਦਾ ਹੀ ਨਹੀਂ ਪਿਆ। ਤੇ ਖਿਆਲ ਕਰਿਓ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਦੂਜੇ ਦਿਨ ਇੱਕ ਗਰਮ ਰੇਤ ਦੇ ਕੜਛੇ ਪਾਏ ਗਏ। ਤੀਜੇ ਦਿਨ ਸਤਿਗੁਰਾਂ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ। 5 ਦਿਨ ਇਸੇ ਤਰ੍ਹਾਂ ਸਤਿਗੁਰਾਂ ਨੂੰ ਤਸੀਹੇ ਦਿੱਤੇ ਗਏ। 6ਵੇਂ ਦਿਨ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਉਹਨਾਂ ਨੂੰ ਰਾਵੀ ਦੇ ਵਿੱਚ ਲਿਜਾ ਕੇ ਤੇ ਡੋਬ ਕੇ ਉਹਨਾਂ ਵੱਲੋਂ ਮਾਰਿਆ ਗਿਆ। ਪਰ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ। ਇਹ 5 ਦਿਨਾਂ ਦੇ ਤਸੀਹਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ।
ਰਹਿੰਦੇ ਗੁਰ ਦਰਿਆਓ ਵਿੱਚ ਮੀਂਹ ਕੁਲੀਨ ਹੇਤ ਨਿਰਮਾਣੀ, ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਲਿਵ ਮ੍ਰਿਗ ਜਿਉ ਭੀੜ ਭਈ ਚਿਤ ਅਵਰ ਨਾ ਜਾਣੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗੁਰ ਉਪਦੇਸ਼ ਨਾ ਵਿਸਰੇ ਬਾਬੀ ਹੈ ਜਿਉ ਆਖ ਬਖਾਣੀ, ਗੁਰ ਅਰਜਨ ਬਿਟੋ ਕੁਰਬਾਨੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮੈਂ ਤੇਰੇ ਤੋਂ ਕੁਰਬਾਨ ਜਾਣਾ। ਸਿਰਫ ਅੰਤ ਵਿੱਚ ਬੇਨਤੀ ਵੀ ਇੱਕ ਅਦੀਬ ਨੇ ਬਹੁਤ ਪਿਆਰੇ ਬੋਲ ਲਿਖੇ ਨੇ, ਉਹ ਕਹਿਣ ਲੱਗਾ ਸੱਚ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਹ ਆਪ ਕਰਤੇ ਦਾ ਰੂਪ ਸਨ। ਹਾਲਾਂਕਿ ਭੱਟ ਕਹਿੰਦੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੁਸੀਂ ਕਰਤੇ ਪ੍ਰਮਾਤਮਾ ਦਾ ਰੂਪ ਹੋ, ਆਪ ਨਰਾਇਣ ਕਲਾਕਾਰ ਜਗ ਮੈਂ ਪਰਵਰੇ ਹੋ, ਤੁਸੀਂ ਉਸ ਮਾਲਕ ਦਾ ਰੂਪ ਹੋ। ਜਦੋਂ ਬਚਨ ਕੇ ਨਾ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਆਏ, ਉੱਥੇ ਵੀ ਸ਼ਬਦ ਵਰਤੇ ਵੀ ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਹੀ ਉਤਰੇ ਆਏ। ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਭਗਤ ਬਣ ਕੇ ਸੰਸਾਰ ਵਿੱਚ ਆਏ ਨੇ। ਸਿਰਫ 2 ਮਿੰਟ ਕਹਿ ਕੇ ਸਮਾਪਤੀ ਉਹਦੇ ਬਹੁਤ ਪਿਆਰੇ ਬਚਨ ਲਿਖੇ ਗਏ। ਉਹ ਕਹਿਣ ਲੱਗਾ ਜਿਵੇਂ ਸ਼ੀਸ਼ ਤੇ ਕਦੇ ਸੀ ਕਲਸ਼ ਝੁਲਦੇ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹਰਿਮੰਦਰ ਸਾਹਿਬ ਦੇ ਅੰਦਰ ਸ਼ੀਸ਼ ਦੇ ਉੱਪਰ ਚੋਰ ਕਰਨ ਵਾਲਾ ਚੋਰ ਬਰਦਾਰ ਹਰ ਵੇਲੇ ਹੁੰਦਾ ਸੀ, ਜਿਹੜਾ ਗੁਰੂ ਪਾਤਸ਼ਾਹ ਜੀ ਨੂੰ ਸੰਗਤ ਵਿੱਚ ਬੈਠੇ ਹੁੰਦੇ ਚੋਰ ਕਰਦਾ ਸੀ। ਕਹਿੰਦਾ ਜਿਸ ਦੇ ਸ਼ੀਸ਼ ਤੇ ਕਦੇ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾਰਿਆ ਸੀ, ਕਈ ਪਹਿਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰਨੇ ਪਾਰਿਆ ਸੀ, ਖਾ ਕੇ ਦੇਗ ਦੇ ਵਿੱਚ ਉਬਾਲਿਆ ਨੂੰ ਤਾਂ ਵੀ ਸਭ ਨਾਮ ਵਾਹਿਗੁਰੂ ਗਾਰਿਆ ਸੀ, ਤਪਦਾ ਜਗਤ ਦਾ ਹਿਰਦਾ ਖਾਰਦੇ ਨੂੰ ਤਨ ਆਪਣਾ ਸਾੜ ਵਿਖਾਰਿਆ ਸੀ। ਕਹਿਣਾ ਸੌਖਾ ਤੇ ਸੁਣਨਾ ਬਹੁਤ ਸੌਖਾ। ਮੈਂ ਕਹਿ ਦਿੱਤਾ ਤੁਸੀਂ ਸੁਣਿਆ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਕਿਵੇਂ ਹੋਈ, ਪਰ ਕਹਿਣ ਤੇ ਸੁਣਨ ਨਾਲ ਪੀੜ ਅਨੁਭਵ ਨਹੀਂ ਹੁੰਦੀ। ਅਸੀਂ ਸਿਰਫ ਇਮੇਜਿਨ ਕਰ ਸਕਦੇ ਹਾਂ, ਪਰ ਜਿਹੜੀ ਦਰਦ ਹੈ, ਦਰਦ ਤੇ ਜਿਹਦੇ ਤਨ ਨੂੰ ਲੱਗਦਾ ਉਹਨੂੰ ਪਤਾ ਹੁੰਦਾ ਹੈ। ਉਹ ਕਹਿੰਦੇ ਕਹਿਣਾ ਸੌਖਾ ਤੇ ਸੁਣਨਾ ਬਹੁਤ ਸੌਖਾ, ਔਖੀ ਗੱਲ ਹੈ ਅਮਲ ਕਮਾਉਣ ਵਾਲੀ, ਇਹ ਤੇ ਆਤਮਾ ਹੀ ਕੇਵਲ ਰੱਬ ਦੀ ਸੀ, ਤਤੀ ਤਵੀ ਤੇ ਸੁਖਮਣੀ ਗਾਣ ਵਾਲੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਾਬਤ ਉਹਨੇ ਬਚਨ, ਹਾਲਾਂਕਿ ਸਾਈਂ ਮੀਆਂ ਮੀਰ ਦਾ ਵੀ ਇੱਕ ਚੈਪਟਰ ਆਉਂਦਾ ਵੀ ਉਹ ਆਇਆ ਦਰਬਾਰ ਵਿੱਚ, ਜਦੋਂ ਸਰੀਰ ਪੂਰਾ ਛਾਲੋ ਛਾਲੀ ਸੀ, ਦੂਜੇ ਦਿਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਮਿਲਿਆ, ਰੋ ਪਿਆ, ਦੀ ਅੱਖਾਂ ਝਲਕ ਪਈਆਂ ਹੰਝੂ ਦੀਆਂ ਅੱਖਾਂ ਵਿੱਚੋਂ, ਤੇ ਕਹਿੰਦਾ ਸਤਿਗੁਰ ਜੀ ਹੁਕਮ ਕਰ ਦਿਓ ਤੇ ਜਹਾਂਗੀਰ ਦਾ ਤਖਤਾ ਹੀ ਪਲਟਦੇ ਆ। ਧੰਨ ਗੁਰੂ ਅਰਜਨ ਸਾਹਿਬ ਜੀ ਹੱਸ ਕੇ ਕਹਿੰਦੇ ਨੇ ਸਾਈਂ ਮੀਆਂ ਮੀਰ ਜੇ ਮੈਨੂੰ ਸੱਚ ਵਿੱਚ ਇੰਨਾ ਪਿਆਰ ਕਰਦੇ ਹੋ ਕਿ ਜਿਹੜੇ ਤਖਤੇ ਪਲਟਣ ਦੀ ਗੱਲ ਤੁਸੀਂ ਕਰਦੇ ਹੋ ਕਿ ਗੁਰੂ ਨਾਨਕ ਦਾ ਘਰ ਤਖਤਾ ਨਹੀਂ ਪਲਟ ਸਕਦਾ, ਪਲਟਿਆ ਜਾ ਸਕਦਾ ਹੈ, ਪਰ ਉਸ ਕਰਤੇ ਦੀ ਰਜ਼ਾ ਵਿੱਚ ਜਿਹੜੀ ਰਹਿਣ ਦੀ ਗੱਲ ਹੈ ਉਹ ਵੀ ਤੇ ਆਪਣੀ ਹਿੰਮਤ ਨੂੰ ਸਿੱਖਾਂ ਨੂੰ ਸਮਝਾਣੀ ਨਾ ਵੀ ਆਖਰ ਇੱਕ ਸਮਾਂ ਐਸਾ ਵੀ ਜੀਵਨ ਦੇ ਅੰਦਰ ਆਉਂਦਾ ਹੈ ਜਦੋਂ ਬੰਦੇ ਨੂੰ ਇੰਨਾ ਕੁਝ ਕਰਤੇ ਦੇ ਹੁਕਮ ਵਿੱਚ ਰਹਿ ਕੇ ਹੰਡਾਣਾ ਪੈਂਦਾ ਹੈ, ਪਰ ਸਿੱਖ ਹੋਈਏ ਜਿਹੜਾ ਇੰਨਾ ਕੁਝ ਸਹਿ ਕੇ ਵੀ ਆਖੇ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ